MCM ਲੈਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਜਗਦੀਸ਼ ਬਾਂਸਲ। ਵਿਧਾਨ ਸਭਾ ਚੋਣਾਂ 2022 ਦਾ ਅਖਾੜਾ ਬਿਲਕੁਲ ਭਖ ਚੁੱਕਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਅਖਾੜੇ ਦੇ ਵਿੱਚ ਉਤਾਰੇ ਜਾ ਚੁੱਕੇ ਨੇ। ਨਾਮਜ਼ਦਗੀਆਂ ਭਰਨ ਦਾ ਜਿਹੜਾ ਅੱਜ ਲਾਸਟ ਦਿਨ ਸੀਗਾ ਉਹ ਵੀ ਨਿਬੜ ਚੁੱਕਿਆ ਹੈਗਾ। ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਦੂਸਰੀ ਵਾਰ ਚੋਣ ਲੜ ਰਹੇ ਪ੍ਰਿੰਸੀਪਲ ਬੁੱਧਰਾਮ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। MLA ਸਾਹਿਬ ਸਵਾਗਤ ਆ ਤੁਹਾਡਾ ਜੀ। ਸਭ ਤੋਂ ਪਹਿਲਾਂ ਜੀ MCM ਦਾ ਲਾਈਵ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਜ਼ਰੀਏ ਅਸੀਂ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਾਂ, ਤੁਹਾਡੀ ਬਹੁਤ ਮਿਹਰਬਾਨੀ। MLA ਸਾਹਿਬ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਲੋਕਾਂ ਤੋਂ ਜੀ? ਮੈਂ ਕਹਿੰਦਾ ਜੀ ਦਿਲ ਖੁਸ਼ ਹੋ ਗਿਆ। ਪਿਛਲੀ ਇਲੈਕਸ਼ਨ ਦੇ ਵਿੱਚ ਮੇਰੀ ਫਸਟ ਇਲੈਕਸ਼ਨ ਸੀ। ਕੁਝ ਅਸੀਂ ਨਵੇਂ ਸੀਗੇ, ਕੋਈ ਕੰਮ ਪਹਿਲਾਂ ਅਸੀਂ ਨਾ ਸਾਡਾ ਕੋਈ ਪੋਲੀਟੀਕਲ ਬੈਕਗਰਾਊਂਡ ਸੀ, ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਹੋਰ ਪੋਲੀਟੀਕਲ ਸੀਗਾ। ਸੋ ਉਦੋਂ ਜਿਹੜੀ ਅਸੀਂ ਇਲੈਕਸ਼ਨ ਜਿੱਤੀ ਹੈ ਲੋਕਾਂ ਦੇ ਪਿਆਰ ਦੇ ਨਾਲ, ਅੱਜ ਉਸ ਤੋਂ ਡੇਢਾ ਪਿਆਰ ਮਿਲ ਰਿਹਾ ਹੈ। ਪੂਰੀ ਤਰ੍ਹਾਂ ਖੁਸ਼ ਹਾਂ। ਕਿਹੜੇ ਮੁੱਦੇ ਨੇ ਜਿਹੜੇ ਆਪਾਂ ਲੈ ਕੇ ਲੋਕਾਂ 'ਚ ਜਾ ਰਹੇ ਹਾਂ ਜੀ? ਦੇਖੋ, ਵਿਧਾਨ ਸਭਾ ਦੇ ਵਿੱਚ ਮੈਂ ਪਰਸਨਲ MLA ਰਿਹਾ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਹਰੇਕ ਵਰਗ ਦੇ ਮੁੱਦੇ ਲਾਏ ਨੇ। ਉਹ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 148 ਮੈਂ ਸਵਾਲ ਵਿਧਾਨ ਸਭਾ 'ਚ ਲਾਏ ਲੋਕਾਂ ਦੇ ਮੁੱਦਿਆਂ ਦੇ, ਔਰ ਪੰਜਾਬ ਦੇ ਵਿੱਚ ਕਿਸੇ ਵੀ MLA ਨੇ ਇੰਨੇ ਨਹੀਂ ਲਾਏ। ਔਰ ਉਹਨਾਂ 148 ਦਾ ਮੈਂ ਇਕੱਲਾ ਇਹ ਨਹੀਂ, ਮੈਂ ਕਹਿ ਰਿਹਾ, ਮੇਰੇ ਕੋਲ ਰਿਕਾਰਡ ਹੈ। ਆਹ ਦੇਖੋ ਜੀ, ਇਹ ਮੇਰੇ ਕੋਲ ਇੱਕ ਪੂਰਾ ਮੈਂ ਪੰਫਲੇਟ ਛਪਾਇਆ 8 ਸਫ਼ਿਆਂ ਦਾ, ਜੀ 148 ਸਵਾਲ ਕਿਹੜੇ ਨੇ, ਉਹਨਾਂ ਦਾ ਸਵਾਲ ਨੰਬਰ ਕੀ ਹੈ, ਮੈਂ ਬਹਿਸ ਦੇ ਵਿੱਚ ਕੀ ਬੋਲਿਆ, ਭਾਸ਼ਣਾਂ ਦੇ ਵਿੱਚ ਮੈਂ ਕੀ ਮੁੱਦੇ ਚੱਕੇ, ਸਰਕਾਰੀ ਮਤੇ ਕਿਹੜੇ ਲਾਏ, ਗੈਰ ਸਰਕਾਰੀ ਮਤੇ ਦੇ ਮੈਂ ਕੀ ਬੋਲਿਆ, ਅਤੇ ਕਾਲ ਟੈਸ਼ਨ ਮੋਸ਼ਨ ਕਿਹੜੀ ਲਾਈ। ਸੋ ਇਹ ਲੋਕਾਂ ਦੇ ਮੇਰੇ ਕੋਲ ਸਾਰੇ ਜਿਹੜੇ ਹੈਗੇ ਨੇ 148 ਸਵਾਲਾਂ ਦਾ ਮੇਰੇ ਕੋਲ। ਪੰਜਾਬ ਦੇ ਕਿਸੇ ਵੀ MLA ਕੋਲ ਆਪਣਾ ਰਿਕਾਰਡ ਨਹੀਂ ਹੈਗਾ ਵੀ ਮੈਂ ਕੀ ਬੋਲਿਆ ਅਤੇ ਕੀ ਬੋਲਿਆ, ਨਾ ਪਹਿਲਾਂ ਵਾਲੇ ਕੋਲ ਨੇ ਅਤੇ ਨਾ ਹੁਣ ਮੌਜੂਦਾ ਕੋਲ ਨੇ। ਸੋ ਇਸ ਕਰਕੇ ਮੈਂ 148 ਸਵਾਲ ਅਤੇ ਬਹਿਸ ਦੇ ਭਾਸ਼ਣਾਂ ਦੇ ਵਿੱਚ 82 ਮੁੱਦੇ ਹੋ ਚੁੱਕੇ, 230 ਦੇ ਕਰੀਬ ਮੁੱਦਿਆਂ ਦੀ ਮੈਂ ਗੱਲ ਵਿਧਾਨ ਸਭਾ 'ਚ ਕੀਤੀ ਹੈ। ਇਸ ਕਰਕੇ ਜਦੋਂ ਮੈਨੂੰ ਕੋਈ ਇਹ ਕਹਿੰਦਾ ਵੀ ਤੁਸੀਂ ਤੁਹਾਡਾ ਬੀਇੰਗ MLA ਕੀ ਰਿਕਾਰਡ ਹੈ ਜੀ, ਤਾਂ ਮੈਂ ਮੇਰਾ ਰਿਪੋਰਟ ਕਾਰਡ ਹੈ, ਔਰ ਲੋਕਾਂ ਨੂੰ ਜਿਹੜੇ ਦੱਸਦੇ ਵੀ ਤੁਹਾਡਾ ਕੀ ਮੁੱਦਾ ਸੀ। ਜੇ ਤੁਸੀਂ ਮੈਨੂੰ ਮੁੱਦਾ ਦੱਸਿਆ ਤਾਂ ਮੈਂ ਵਿਧਾਨ ਸਭਾ ਦੀ ਸਟੇਜ, ਜਿੱਥੇ ਮੁੱਖ ਮੰਤਰੀ ਬੈਠਾ, ਜਿੱਥੇ ਮੰਤਰੀ ਬੈਠੇ ਨੇ, ਜਿੱਥੇ IAS ਅਫਸਰ ਬੈਠੇ ਨੇ ਸੈਕਟਰੀ ਲੈਵਲ ਦੇ, ਜਿੱਥੇ ਡਾਇਰੈਕਟਰ ਬੈਠੇ ਨੇ, ਉੱਥੇ ਮੈਂ ਤੁਹਾਡੇ ਇਲਾਕੇ ਦੀ, ਤੁਹਾਡੇ ਪਿੰਡ ਦੀ ਤੁਹਾਡੀ ਗੱਲ ਕੀਤੀ ਹੈ। ਸੋ ਉਹ ਲੈ ਕੇ ਮੈਂ ਹੁਣ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਜਾ ਰਿਹਾ। ਬਾਕੀ ਜਦੋਂ ਤੁਸੀਂ ਸਵਾਲ ਪੁੱਛਿਆ ਵੀ ਇਹ ਤੁਸੀਂ ਕਹਾਂ ਕੀ ਮੁੱਦੇ ਨੇ, ਬਹੁਤ ਸਾਰੇ ਜਿਹੜੇ ਮੁੱਦੇ ਮੈਂ ਮਤਲਬ ਉਠਾਏ ਸੀ ਵਿਧਾਨ ਸਭਾ ਦੇ ਵਿੱਚ, ਉਹ ਮੁੱਦਿਆਂ 'ਤੇ ਕੰਮ ਨਹੀਂ ਕੀਤਾ ਸਰਕਾਰ ਨੇ, ਕਿਉਂਕਿ ਸਰਕਾਰ ਨਿਕੰਮੀ ਸੀ। ਕਾਂਗਰਸ ਸਰਕਾਰ ਦਾ ਕਦੇ ਮੈਂ ਤਾਂ ਕੀ ਖੁਦ ਇਹਦੇ ਕਾਂਗਰਸ ਦੇ ਆਪਦੇ MLA ਵੀ ਤਾਂ ਦੁਖੀ ਸੀਗੇ, ਉਹਨਾਂ ਦੇ ਮਸਲੇ ਹੱਲ ਨਹੀਂ ਹੋਏ। ਸੋ ਇਸ ਕਰਕੇ ਜਿਹੜੇ ਮਸਲੇ ਰਹਿ ਗਏ, ਵੱਡਾ ਸਾਡਾ ਹੁਣ ਦੇਖੋ, ਇੱਕ ਤਾਂ ਐਜੂਕੇਸ਼ਨ ਹੈ, ਇੱਕ ਸਿਹਤ ਹੈ। ਦੋ ਮੁੱਦੇ ਸਾਡੇ ਦਿੱਲੀ ਮਾਡਲ ਦੇ ਵਿੱਚ, ਉੱਥੇ ਅਸੀਂ ਪੂਰੀ ਤਰ੍ਹਾਂ ਨੇਪਰੇ ਚੜ੍ਹੇ ਨੇ। ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਹਰੇਕ ਨੂੰ ਮੁਫਤ ਦਵਾਈ, ਮੁਫਤ ਅਸੀਂ ਮਤਲਬ ਟੈਸਟ ਅਤੇ ਆਪਰੇਸ਼ਨ, ਅਤੇ ਸਕੂਲ ਸਿੱਖਿਆ ਨੂੰ ਦਿੱਲੀ ਵਾਂਗੂ ਐਨ ਮਤਲਬ ਇੱਕ ਹਾਈ ਗ੍ਰੇਡ ਅਸੀਂ ਮਤਲਬ ਸਕੂਲ ਸਿੱਖਿਆ ਨੂੰ ਅਸੀਂ ਬਣਾ ਦੇਣਾ। ਐਜੂਕੇਸ਼ਨ ਨੂੰ ਸਾਰੀਆਂ ਪੋਸਟਾਂ ਭਰ ਕੇ ਸਾਨੂੰ ਪਤਾ ਹੈ ਕਿਵੇਂ ਕਰਨਾ। ਅਸੀਂ ਪੜ੍ਹੇ ਲਿਖੇ ਹਾਂ, ਮੈਂ ਆਪ 40 ਸਾਲ ਸਰਵਿਸ ਕੀਤੀ ਹੈ, ਔਰ ਮੋਰ ਓਵਰ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਾਰਿਆਂ ਨਾਲੋਂ ਵੱਧ ਪੜ੍ਹਿਆ ਲਿਖਿਆ ਵੀ ਸੀਗਾ। 5 ਸਬਜੈਕਟਾਂ ਮੈਂ MA ਸੀ, BCS ਕੁਆਲੀਫਾਈ ਕੀਤਾ ਹੋਇਆ ਮੇਰਾ, ਲਾਈਟ 'ਚ ਮੈਂ ਸਿਲੈਕਟ ਵੀ ਹੋ ਗਿਆ ਸੀ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਪੀਣ ਵਾਲਾ ਪਾਣੀ, ਹਰੇਕ ਘਰ ਨੂੰ ਪੀਣ ਵਾਲਾ ਪਾਣੀ ਫਰੀ। ਚੌਥਾ ਹੈਗਾ ਨਹਿਰੀ ਪਾਣੀ, ਘਰ ਘਰ ਦੇ ਵਿੱਚ ਜਿਵੇਂ ਅਸੀਂ ਪੀਣ ਵਾਲਾ ਪਾਣੀ ਲਾਇਆ, ਹਰੇਕ ਕਿੱਲੇ ਤੱਕ ਅਸੀਂ, ਮੋਗੇ ਦੇ ਅਖੀਰਲੇ ਕਿੱਲੇ ਤੱਕ ਅਸੀਂ ਮਤਲਬ ਨਹਿਰੀ ਪਾਣੀ ਜਿਹੜਾ ਹੈਗਾ ਸਿੰਚਾਈ ਵਾਲਾ ਪਾਣੀ ਪਹੁੰਚਾਉਣਾ। ਅਤੇ ਇੱਕ ਦੂਜਾ ਖੇਡ ਜਿੰਮਾਂ, ਹਰੇਕ ਪਿੰਡ 'ਚ ਗਰਾਊਂਡ ਹੋਵੇ, ਜਿਹਦੇ 'ਚ ਓਪਨ ਜਿੰਮ ਹੋਵੇ, ਅਤੇ ਨਾਲ ਦੀ ਨਾਲ ਉਹਦੇ ਵਿੱਚ ਮਤਲਬ ਇੱਕ ਵਾਲੀਬਾਲ ਦਾ, ਇੱਕ ਬਾਸਕਟਬਾਲ ਦਾ, ਜਾਂ ਕੋਈ ਹੋਰ ਕ੍ਰਿਕਟ ਦਾ, ਜੋ ਖਿਡਾਰੀ ਚਾਹੁਣਗੇ ਅਸੀਂ ਹਰੇਕ ਪਿੰਡ ਦੇ ਵਿੱਚ ਜਿਹੜਾ ਕਿ ਗਰਾਊਂਡ ਹੈ ਉਹਨੂੰ ਲੈ ਕੇ ਮਤਲਬ ਲਵਾਂਗੇ। ਇਹ ਸਾਡੇ ਪਹਿਲਾਂ ਮਤਲਬ ਮੁੱਦੇ ਹੋਣਗੇ ਜਿਹੜੇ ਜ਼ਰੂਰੀ ਨੇ। MLA ਸਾਹਿਬ ਜੀ, ਇਹਨਾਂ ਦੀ ਕਾਂਗਰਸ ਸਰਕਾਰ ਦੀ ਗੱਲ ਕੀਤੀ ਜਾਵੇ, ਇਹਨਾਂ ਦੀ ਭਰਤੀਆਂ ਤਾਂ ਬਹੁਤ ਗੱਦੀਆਂ, ਪਰ ਜਿਹੜੀ ਭਰਤੀ ਕੋਈ ਵੀ ਇਹਨਾਂ ਦੀ ਸਿਰੇ ਨਹੀਂ ਲੱਗ ਸਕੀ। ਆਪ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ, ਅਤੇ ਕੀ ਪਲੈਨਿੰਗ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ? ਦੇਖੋ, ਜੇ ਕਾਂਗਰਸ ਸਰਕਾਰ ਦੀ ਗੱਲ ਕਰੀਏ, 4.5 ਸਾਲ ਇਹ ਬਿਲਕੁਲ ਸੁੱਤੇ ਰਹੇ ਜੀ। ਜਦੋਂ ਸਰਕਾਰ ਤੁਸੀਂ ਵਾਅਦਾ ਕੀਤਾ 429 ਤੁਸੀਂ ਵਾਅਦੇ ਕੀਤੇ ਸੀ ਮੈਨੀਫੈਸਟੋ ਵਿੱਚ, ਇੱਕੋ ਨਹੀਂ ਪੂਰਾ ਕੀਤਾ ਤੁਸੀਂ। ਅੱਜ ਜਿੱਦੇ ਤੁਹਾਡੀ ਸਰਕਾਰ ਬਣ ਗਈ, ਅਪ੍ਰੈਲ 17 ਵਿੱਚ ਤੁਸੀਂ ਕੰਮ ਸ਼ੁਰੂ ਕੀਤਾ ਹੈ, ਨਾਲ ਦੀ ਨਾਲ ਭਰਤੀ ਸ਼ੁਰੂ ਹੋਣੀ ਚਾਹੀਦੀ ਸੀ। 4 ਸਾਲ ਲੋਕ ਅਧਿਆਪਕਾਂ ਵਜੋਂ, ਕਾਲਜਾਂ ਵਿੱਚ ਪ੍ਰੋਫੈਸਰਾਂ ਵਜੋਂ 1872 ਪੋਸਟਾਂ ਸੀ ਜੀ। ਅੱਜ 1600 ਦੇ ਕਰੀਬ ਪੋਸਟਾਂ ਖਾਲੀ ਪਈਆਂ ਨੇ ਕਾਲਜ ਲੈਕਚਰਰ ਦੀਆਂ। ਮੈਂ ਅਸੀਂ ਵਿਧਾਨ ਸਭਾ 'ਚ ਬੋਲਿਆ ਬਕਾਇਦਾ, ਮੈਂ ਇਹ ਤੁਸੀਂ ਮੇਰਾ ਪੰਫਲੇਟ ਮੈਂ ਤੁਹਾਨੂੰ ਦੇ ਕੇ ਜਾਊਂਗਾ, ਤੁਸੀਂ ਇਹ ਪੜ੍ਹਿਓ। ਇਹਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੱਲ ਕੀਤੀ ਹੈ,
ਪ੍ਰਾਈਵੇਟ ਐਜੂਕੇਸ਼ਨ ਦੀ ਗੱਲ ਕੀਤੀ ਹੈ, ਸੈਕੰਡਰੀ ਐਜੂਕੇਸ਼ਨ ਦੀ ਗੱਲ ਕੀਤੀ ਹੈ, ਕਿਉਂਕਿ ਮੈਨੂੰ ਸਾਰਾ ਪਤਾ ਸੀ, ਮੈਂ ਐਜੂਕੇਸ਼ਨ ਰਿਹਾ, ਔਰ ਉਚੇਰੀ ਸਿੱਖਿਆ ਦੀ ਗੱਲ ਕੀਤੀ ਹੈ। ਫਿਰ ਤੁਸੀਂ ਦੇਖੋ ਵੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ, ਈਵਨ ਸੋਸ਼ਲ ਵੈਲਫੇਅਰ ਦਾ ਮਤਲਬ ਡਿਪਾਰਟਮੈਂਟ ਹੈ, ਜਿੱਥੇ ਮਤਲਬ ਅਸੀਂ ਪੈਨਸ਼ਨਾਂ ਲਵਾਉਂਦੇ ਹਾਂ, ਜਿੱਥੇ ਅਸੀਂ ਸ਼ਗਨ ਸਕੀਮਾਂ ਦੇ ਦਿੰਦੇ ਹਾਂ, ਉੱਥੇ ਵੀ ਪੀਅਰ ਕੰਮ ਕਰਦੇ ਨੇ, ਉੱਥੇ ਵੀ ਬੰਦੇ ਹੈ ਨਹੀਂ। ਫਿਰ ਬਿਜਲੀ ਬੋਰਡ ਦੇ ਵਿੱਚ ਇਹਨਾਂ ਦੇ ਮਤਲਬ ਜੇਈ ਵਗੈਰਾ ਜਾਂ ਕੋਈ ਹੋਰ ਲਾਈਨਮੈਨ ਨੇ, ਉਹਨਾਂ ਦੀ ਪੋਸਟਾਂ ਖਾਲੀ ਪਈਆਂ ਨੇ, ਕਿੱਥੋਂ ਦੇਣਗੇ ਲੋਕ? ਜੇ SDO ਦੀ ਪੋਸਟਾਂ ਖਾਲੀ ਪਈਆਂ ਨੇ ਕਨਾਲ ਸਿਸਟਮ ਦੇ ਵਿੱਚ, ਹਰੇਕ 1,42,000 ਪੋਸਟਾਂ ਖਾਲੀ ਪਈਆਂ ਨੇ ਜੀ। ਪੰਜਾਬ ਲਵਾਰਸ ਛੱਡਤਾ ਇਹਨਾਂ ਨੇ। ਇਹਨਾਂ ਦਾ ਸਿਰਫ ਇੱਕੋ ਹੀ ਕੰਮ ਸੀ ਵੀ ਅਸੀਂ ਲੋਕਾਂ ਨੇ ਜਿਹੜਾ ਸਰਕਾਰ ਦਲ ਬਣਾ ਕੇ ਅਸੀਂ ਕਿਵੇਂ ਲੁੱਟੀਏ, ਆਪਣੇ ਘਰ ਭਰ ਲਏ। ਅੱਜ ED ਵੱਲੋਂ ਬਕਾਇਦਾ ਚੰਨੀ ਦੇ ਘਰ ਦੇ ਉਹਦੇ ਰਿਸ਼ਤੇਦਾਰ ਛਾਪੇ ਪਏ ਨੇ, ਉੱਥੋਂ ਨਗਦੀ ਮਿਲੀ ਹੈ। ਅੱਜ ਅਖਬਾਰਾਂ 'ਚ ਆਇਆ ਵੀ ED ਦੇ ਵਿੱਚ ਕੇਸ ਰਜਿਸਟਰਡ ਹੋ ਗਿਆ, ਰਾਜਪਾਲ ਨੇ ਮਨਜ਼ੂਰੀ ਦਿੱਤੀ ਹੈ। ਸੋ ਕਹਿਣ ਦਾ ਮਤਲਬ ਵੀ ਬਹੁਤ ਮਤਲਬ ਇੱਕ ਤਰ੍ਹਾਂ ਦਾ ਮਾੜਾ ਸਿਸਟਮ ਕਾਂਗਰਸ ਸਰਕਾਰ ਨੇ ਕੀਤਾ। ਜੋ ਅਕਾਲੀਆਂ ਦਾ ਸੀਗਾ ਮਾੜਾ ਸਿਸਟਮ, ਉਸੇ ਤਰਜ਼ ਦੇ ਉੱਤੇ ਕਾਂਗਰਸ ਨੇ ਮਾੜਾ ਸਿਸਟਮ ਸ਼ੁਰੂ ਕੀਤਾ ਹੈ। ਬਿਨਾਂ ਪੈਸੇ ਦਿੱਤੇ ਕੋਈ ਦਫ਼ਤਰ 'ਚ ਕੰਮ ਨਹੀਂ ਹੁੰਦਾ ਜੀ, ਬਿਨਾਂ ਪੈਸੇ ਦਿੱਤੇ ਨਾ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਦਾ। ਅੱਜ ਦੀ ਗੱਲ ਸੁਣ ਦੱਸਾਂ ਮੈਂ, ਅੱਜ ਸਾਡੇ 3 ਖਡਾਲਾਂ ਨੇ, ਖਡਾਲ ਕਲਾਂ, ਅਕਬਰਪੁਰ ਖਡਾਲ ਅਤੇ ਸ਼ੇਖੂਪੁਰ ਖਡਾਲ। ਤਿੰਨੇ ਖਡਾਲਾਂ ਦਾ ਸਾਂਝਾ ਵਾਟਰ ਵਰਕਸ ਹੈ। ਉਹਨੇ ਮਤਲਬ ਅੱਜ ਮੀਟਰ ਕੱਟਿਆ ਗਿਆ, ਪਾਣੀ ਮਿਲਦਾ ਨਹੀਂ। ਇੱਕ ਵਾਰ ਚੰਨੀ ਕਹਿੰਦਾ ਵੀ ਹਰੇਕ ਮੈਂ ਮਤਲਬ ਵਾਟਰ ਵਰਕਸ ਨੂੰ ਫਰੀ ਦਊਂਗਾ ਬਿਜਲੀ, ਇੱਕ ਪਾਸੇ ਅੱਜ ਕਨੈਕਸ਼ਨ ਕੱਟ ਰਹੇ ਨੇ। ਤੁਸੀਂ ਮਤਲਬ ਕਿਹੋ ਜਿਹਾ ਸਿਸਟਮ ਪੈਦਾ ਕਰਨਾ ਚਾਹੁੰਦੇ ਹੋ? ਜੇ ਸਕੂਲਾਂ 'ਚ ਮਾਸਟਰ ਹੈ ਨਹੀਂ, ਹਸਪਤਾਲਾਂ 'ਚ ਡਾਕਟਰ ਨਹੀਂ, ਦਵਾਈਆਂ ਨਹੀਂ ਮਿਲਦੀਆਂ, ਔਰ ਸਾਡੇ ਜਿਹੜੇ ਹੌਸਪੀਟਲ ਕੋਈ ਰੈਫਰ ਹੌਸਪੀਟਲ ਬਣੇ ਹੋਏ ਨੇ, ਬਲਾਡੇ ਅਸੀਂ ਦਾਖਲ ਕਰਾਉਣੇ ਆ ਕੋਈ ਮਰੀਜ਼, ਉਹ ਕਹਿੰਦੇ ਮਾਨਸਾ ਲੈ ਜਾਓ, ਮਾਨਸਾ ਵਾਲੇ ਕਹਿੰਦੇ ਪਟਿਆਲੇ ਲੈ ਜਾਓ। ਪਟਿਆਲੇ ਬੰਦਾ ਮਰੀਜ਼ ਮੇਰਾ ਖਿਆਲ ਅੱਧੇ ਕੁ ਬੰਦੇ ਤਾਂ ਰੱਬ ਨੂੰ ਪਿਆਰੇ ਹੋ ਜਾਂਦੇ ਨੇ, ਕਿਉਂਕਿ ਉੱਥੇ ਕੋਈ ਦੇਖਭਾਲ ਕਰਨ ਵਾਲਾ ਹੈ ਨਹੀਂ ਕੋਈ। ਸੋ ਬਹੁਤ ਮਾੜਾ ਸਿਸਟਮ ਹੈ ਜੀ। ਕਿਸੇ ਵੀ ਪਾਸੇ ਮਤਲਬ ਇਹ ਜਿਹੜੀ ਸਰਕਾਰ ਹੈ ਉਹ ਸੰਪੂਰਨ ਨਹੀਂ। ਉਹ ਸਾਰਿਆਂ ਨਾਲੋਂ ਦੁੱਖ ਦੀ ਗੱਲ ਇਹ ਹੈ ਕਿ ਗਰੀਬ ਲੋਕਾਂ ਵਾਸਤੇ ਲੋਕ ਜਿਹੜੇ ਹੈਗੇ ਨੇ, ਅਸੀਂ ਕੋਈ ਸਕੀਮਾਂ ਕਰਦੇ ਹਾਂ, ਕੈਂਪ ਲਾਉਣੇ ਆ ਗਰੀਬਾਂ ਦੀ ਭਲਾਈ ਵਾਸਤੇ। ਇੱਕ ਪਹਿਲੀ ਸਰਕਾਰ ਹੈ ਕਿ ਇਹਨਾਂ ਦਾ ਇੱਕ ਮੰਤਰੀ ਸਾਧੂ ਸਿੰਘ ਧਰਮਸੋਤ 64 ਕਰੋੜ ਰੁਪਏ ਗਰੀਬ ਲੋਕਾਂ ਦਾ ਖਾ ਗਿਆ। ਬਿਲਕੁਲ ਉਹਦੇ ਸਾਰੇ ਵਿਧਾਨ ਸਭਾ 'ਚ ਉਹਦੇ ਮਤਲਬ ਅਸੀਂ ਬਹਿਸ ਹੋਈ ਹੈ ਉਹਦੇ ਲੋਭ ਵਿੱਚ। ਉਹ ਸਰਕਾਰ ਨੇ ਕਿਹਾ ਵੀ ਨਹੀਂ ਦਿੱਤੀ ਕਲੀਨ ਚਿੱਟ। ਪਹਿਲਾਂ ਚੰਨੀ ਬੋਲਿਆ ਸੀ ਵੀ ਮੈਂ ਨਹੀਂ ਜੀ, ਮੈਂ ਤਾਂ ਪੂਰਾ ਐਕਸ਼ਨ ਲਊਂਗਾ, ਪਰ ਚੰਨੀ ਨੂੰ ਵੀ ਅਟਕਿਆ ਤਾਂ ਅੱਜ ਉਸੇ ਮੰਤਰੀ ਨੂੰ ਦੁਬਾਰਾ ਫਿਰ ਟਿਕਟ ਦੇ ਦਿੱਤੀ। ਚਲੋ ਉਹ ਤਾਂ ਲੋਕ ਫੈਸਲਾ ਕਰਨਗੇ, ਪਤਾ ਲੱਗ ਜੂਗਾ ਵੀ ਸਾਧੂ ਸਿੰਘ ਧਰਮਸੋਤ ਨੂੰ ਕੋਈ ਜਿਹੜੇ ਲੋਕ ਦਿੰਦੇ ਨੇ ਕਿ ਨਹੀਂ ਦਿੰਦੇ। MLA ਸਾਹਿਬ, ਤੁਸੀਂ ਸਾਧੂ ਸਿੰਘ ਧਰਮਸੋਤ ਦੇ ਮੁੱਦੇ ਦੀ ਗੱਲ ਕੀਤੀ ਹੈ ਜੀ। ਆਪ ਦੀ ਸਰਕਾਰ ਪੰਜਾਬ 'ਚ ਆਉਂਦੀ ਹੈ ਤਾਂ ਕੀ ਕਾਰਵਾਈ ਹੋਊ ਉਹਦੇ ਖਿਲਾਫ? ਬਿਲਕੁਲ ਜੀ, ਬਿਲਕੁਲ। ਅਸੀਂ ਧਰਨੇ ਮਾਰੇ ਨੇ 15 ਦੇ ਉਹਦੇ ਘਰ ਦੇ ਮੂਹਰੇ, ਅਸੀਂ ਮੁੱਖ ਮੰਤਰੀ ਦੇ ਘਰ ਧਰਨੇ ਮਾਰੇ ਨੇ, ਸਾਨੂੰ ਚੱਕ ਕੇ ਜੇਲ੍ਹਾਂ 'ਚ ਕੀਤਾ ਉਹਨਾਂ ਨੇ। ਅਸੀਂ ਪੰਜਾਬ ਦੀ ਸਰਕਾਰ ਆਉਣ ਤੋਂ ਬਾਅਦ ਜਿੱਥੇ ਇੱਕ ਸਵੱਛ ਪ੍ਰਸ਼ਾਸਨ ਹੋਊਗਾ, ਗੁੱਡ ਗਵਰਨੈਂਸ ਜਿਹਨੂੰ ਕਹਿੰਦੇ ਅਸੀਂ, ਗੁੱਡ ਗਵਰਨੈਂਸ ਹੋਊਗੀ, ਉੱਥੇ ਜਿਹੜੇ ਮਾੜੇ ਕੰਮ ਕਰਨ ਵਾਲੇ, ਜਿਨ੍ਹਾਂ ਨੇ ਗਰੀਬਾਂ ਨੂੰ ਤਪਾਇਆ, ਕਿਸਾਨਾਂ ਨੂੰ ਤਪਾਇਆ। ਦੇਖੋ ਇੱਕ DSP ਸੀ ਚੰਨੀ ਮਾਨਸਾ ਆਇਆ, ਮੁੱਖ ਮੰਤਰੀ ਸੀ, ਜਿਨ੍ਹਾਂ ਨੇ 4-4 ਸਾਲ ਤੋਂ ਨੌਕਰੀਆਂ ਵਾਸਤੇ ਅਪਲਾਈ ਕੀਤਾ, ਉਹਨਾਂ ਨੂੰ ਨੌਕਰੀ ਨਹੀਂ ਮਿਲੀ, ਸਟੇ ਆ ਗਈ ਜਿਵੇਂ ਤੁਸੀਂ ਪਹਿਲਾਂ ਦੱਸਿਆ। ਜਦ ਤੁਸੀਂ ਨੌਕਰੀਆਂ ਕੱਢੀਆਂ ਨੇ ਉਹਨੂੰ ਨੇਪਰ ਚਾੜ ਲਓ। ਚਲੋ ਜੇ ਚੌਥੇ ਸਾਲ ਦੀ ਵੀ ਜਾਂਦੇ ਚੋਰ ਦੀ ਪੱਗ ਹੀ ਸਹੀ, ਆਪਾਂ ਇੱਕ ਮੁਹਾਵਰਾ ਪੰਜਾਬੀ 'ਚ, ਜੇ ਚੌਥੇ ਸਾਲ ਵੀ ਤੁਸੀਂ ਨੌਕਰੀਆਂ ਦਿੰਦੇ ਹੋ ਤਾਂ ਨੌਕਰੀਆਂ ਕੰਪਲੀਟ ਤਾਂ ਕਰ ਦਿਓ। ਕੋਈ ਨਾ ਕੋਈ ਲਕੂਨਾ ਰੱਖ ਕੇ ਅੱਜ ਉਹ ਸਟੇ ਆਈ ਪਈ ਹੈ। ਜੇ ਉਹਨਾਂ ਨੇ ਪੁਕਾਰ ਕੀਤੀ ਤਾਂ ਇੱਕ DSP ਨੇ ਨੌਜਵਾਨਾਂ ਨੂੰ ਐਂ ਡਾਂਗ ਲੈ ਕੇ ਕੁੱਟਿਆ ਜਿਵੇਂ ਕਿਸੇ ਕਣਕ ਦੇ ਖੇਤ ਦੇ ਵਿੱਚ ਕੋਈ ਪਸ਼ੂ ਵੜ ਗਿਆ ਹੋਵੇ। ਬੱਸਾਂ ਦੇ ਵਿੱਚ ਬੈਠੇ ਖੋਦਾ ਮਾਰੀ ਜਾਵੇ, ਬੱਸਾਂ 'ਚ ਬੈਠਾ। ਇਹੋ ਜਿਹੇ ਯਾਰ ਪ੍ਰਸ਼ਾਸਨ ਚਾਹੀਦਾ। ਮਤਲਬ ਇਹ ਬਹੁਤ ਨਿਖੇਧੀਪੂਰਨ ਕੰਮ ਕੀਤਾ ਉਹਨਾਂ ਉਸ ਦਿਨ। ਸੋ ਬੇਰੁਜ਼ਗਾਰਾਂ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਹੈ। MLA ਸਾਹਿਬ ਜੀ, ਪਿਛਲੇ ਆਪਾਂ 7-8 ਸਾਲਾਂ ਦੀ ਗੱਲ ਕਰ ਲਈਏ, ਧਰਮਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਸਾਡੇ ਧਾਰਮਿਕ ਗ੍ਰੰਥ ਆ ਜਿਹੜੇ ਸੜਕਾਂ ਗਲੀਆਂ ਦੇ ਵਿੱਚ ਰੋਲ ਤੇ ਇਨਸਾਫ ਦੇਣ ਦੀ ਗੱਲ ਕੀਤੀ ਗਈ। 5 ਸਾਲ ਟੱਪ ਗਏ, ਇਨਸਾਫ ਤਾਂ ਮਿਲਿਆ ਨਹੀਂ ਹੈਗਾ। ਕਿ ਜੇ ਆਪ ਦੀ ਸਰਕਾਰ ਆਉਣ 'ਤੇ ਉਹਨਾਂ ਜਿਹੜੇ ਹੈਗੇ ਨੇ ਦੋਸ਼ੀ ਫੜ ਕੇ ਦਰਜ ਇਹੋ ਜਿਹਾ ਕੋਈ ਇੱਕ ਵੀ ਕੇਸ ਨਹੀਂ ਹੋਣ ਦਿੰਦੇ ਜੀ ਅਸੀਂ। ਤੁਸੀਂ ਦੇਖੋ ਵੀ ਕਿਤੇ ਕਾਲੀ ਮਾਤਾ ਮੰਦਿਰ ਸਤਿਕਾਰਯੋਗ ਹੈ, ਪੂਜਣਯੋਗ ਹੈ ਪਟਿਆਲੇ ਵਿਖੇ, ਉੱਥੇ ਮਾਤਾ ਦੀ ਮੂਰਤੀ ਨਾਲ ਛੇੜਖਾਨੀ ਹੁੰਦੀ ਹੈ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਬੁਰਜਵਾਰ ਸਿੰਘਾਂ ਤੋਂ, ਉਹਦੇ ਅੰਗ ਗਲੀਆਂ 'ਚ ਖਿਲਾਰੇ ਜਾਂਦੇ ਨੇ। ਕਿਹਦੀ ਸਰਕਾਰ ਦੇ ਵਿੱਚ? ਕਾਲੀਆਂ ਸਰਕਾਰ ਦੇ ਵਿੱਚ। ਜੇਕਰ ਉਹਦਾ ਪ੍ਰਦੋਸ਼ ਕੀਤਾ ਸੰਗਤ ਨੇ ਵੀ ਮਾੜੀ ਗੱਲ ਹੈ ਭਾਈ, ਤੁਸੀਂ ਇਸ ਨੂੰ ਫੜੋ, ਬੰਦਿਆਂ ਨੂੰ, ਦੋਸ਼ੀਆਂ ਨੂੰ ਸਜ਼ਾ ਦਿਓ, ਨਾਲ ਦੀ ਨਾਲ ਗ੍ਰਹਿ ਮੰਤਰੀ ਕੌਣ ਸੀ? ਸੁਖਬੀਰ ਸਿੰਘ ਬਾਦਲ, ਉੱਥੇ ਗੋਲੀ ਚਲਾਤੀ। ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ, 2 ਮੁੰਡੇ ਸ਼ਹੀਦ ਹੋ ਗਏ ਅਤੇ 21 ਤੋਂ ਬਾਅਦ ਜ਼ਖਮੀ ਹੋ ਗਏ। ਜਦ ਕਾਲੀਆਂ ਸਰਕਾਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਕਹਿੰਦੇ ਅਸੀਂ ਮਤਲਬ ਅਸੀਂ ਉਹਦੇ ਇੱਕ ਰੱਖੇਕਾਂ, ਤੁਸੀਂ ਯਾਰ ਉਹ ਤੁਹਾਡੀ ਸਰਕਾਰ ਦੇ ਵਿੱਚ ਮਤਲਬ ਐਡਾ ਬੁਰਾ ਹਾਲ ਹੋਇਆ 1.5 ਸਾਲ। ਫਿਰ ਉਸ ਤੋਂ ਬਾਅਦ ਜਦੋਂ 17 'ਚ ਇਲੈਕਸ਼ਨ ਆਈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਦੇਖੋ ਜੀ ਮੈਂ ਮਤਲਬ ਤਲਵੰਡੀ ਸਾਬੋ ਕੇ ਮੂੰਹ ਕਰਕੇ ਗੁਟਕਾ ਸਾਹਿਬ ਸਹੁੰ ਖਾਈ ਵੀ ਮੈਂ ਇਨਸਾਫ ਦੇਊਂਗਾ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਖਿਲਾਫ ਐਕਸ਼ਨ ਲਊਂਗਾ ਤੇ ਡਰੱਗ ਮਾਫੀਆ ਨੂੰ ਅਸੀਂ ਕੰਟਰੋਲ ਕਰੂੰਗਾ। 4.5 ਸਾਲ ਮਹਿਲਾਂ 'ਚ ਬੈਠਾ ਰਿਹਾ। ਸੋ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜੇ ਐਕਸ਼ਨ ਲਏ ਨੇ ਉਹ ਤੁਹਾਡੀ ਕੀ ਔਕਾਤ ਹੈ? ਗੁਰੂ ਆਪ ਹੀ ਸਮਰੱਥ ਹੈ। ਅੱਜ ਹਾਲਤ ਇਹ ਹੈ ਵੀ ਜਿਹੜੇ ਕਹਿੰਦੇ ਸੀ 25 ਸਾਲ ਕਰਨ ਵਾਲੇ ਸੀਟਾਂ ਉਹਨਾਂ ਨੂੰ 5 ਨਹੀਂ ਮਿਲਦੀਆਂ ਜੀ। ਔਰ ਗਲਤ ਝੂਠੀ ਸਹੁੰ ਖਾਧੀ ਕੈਪਟਨ ਨੇ। ਅੱਜ ਕੈਪਟਨ ਦੀ ਬਾਰੀ ਆਉਂਦਾ ਸੀ ਕਿ ਜਾਂਦਾ ਸੀ, ਉਹਦੀ 100 ਬੰਦਾ ਉਹਦੀ ਕਾਰ ਦੀ ਬਾਰੀ ਖੋਲ੍ਹਦੇ ਸੀ। ਅੱਜ ਉਹਦੀ ਕਾਰ ਦੀ ਬਾਰੀ ਉਹਨੂੰ ਆਪ ਖੋਲ੍ਹਣੀ ਪੈਂਦੀ ਹੈ। ਸੋ ਇਸ ਕਰਕੇ ਗੁਰੂਆਂ ਦੇ ਨਾਲ ਰੱਬ ਨਾਲ ਠੱਗੀਆਂ ਮਾਰਦੇ ਨੇ ਬੰਦੇ। ਇਹਨਾਂ ਦਾ ਕਿਸੇ ਵੀ ਕਿਸਮ ਦੇ ਧਰਮ 'ਚ ਕੋਈ ਯਕੀਨ ਨਹੀਂ, ਕੋਈ ਇਹ ਧਰਮ ਨੂੰ ਰੱਖਿਅਕ ਨਹੀਂ ਹੈਗੇ ਬੰਦੇ। ਸਿਰਫ ਆਪਣੀਆਂ ਜੇਬਾਂ ਭਰੀਆਂ ਨੇ, ਲੋਕਾਂ ਦੀਆਂ ਭਾਵਨਾਵਾਂ ਨੂੰ ਖਿਲਵਾੜ ਕੀਤਾ ਹੈ। ਬਹੁਤ ਵੱਡੀ ਸਾਜ਼ਿਸ਼ ਅਧੀਨ ਇਹ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਨਾਲ, ਧਾਰਮਿਕ ਸਾਡੀਆਂ ਪਵਿੱਤਰ ਮੂਰਤੀਆਂ ਦੇ ਨਾਲ ਅਤੇ ਪਵਿੱਤਰ ਗ੍ਰੰਥਾਂ ਦੇ ਨਾਲ ਛੇੜਖਾਨੀ ਹੋਈ ਹੈ। ਬੜਾ ਵੱਡਾ ਸਾਜ਼ਿਸ਼ ਹੈ ਇਹ। ਸੋ ਇਹ ਸਾਜ਼ਿਸ਼ ਦੇ ਵਿੱਚ ਅਕਾਲੀ ਅਤੇ ਕਾਂਗਰਸ ਬਰਾਬਰ ਦੇ ਭਾਈਵਾਲ ਨੇ। MLA ਸਾਹਿਬ ਜੇ ਆਪਾਂ ਕਹੀਏ 5 ਸਾਲ ਇਹਨਾਂ ਤੋਂ ਕੁਝ ਨਹੀਂ ਹੋਇਆ ਹੈਗਾ। ਇਲੈਕਸ਼ਨ ਕੋਡ ਲੱਗਣ ਤੋਂ ਕੁਝ ਦਿਨ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਖਿਲਾਫ ਇਹਨਾਂ ਵੱਲੋਂ ਪਰਚਾ ਦਰਜ ਕੀਤਾ ਗਿਆ। ਕੀ ਸਿਆਸੀ ਸਟੰਟ ਕਿਵੇਂ ਦੇਖਦੇ ਹੋ? ਨਹੀਂ, ਇਸ ਤਾਂ ਉਸ ਦਿਨ ਹੀ ਕਿਹਾ ਸੀਗਾ। ਰਾਘਵ ਚੱਡਾ ਜੀ ਸਾਡੇ ਪੰਜਾਬ ਦੇ ਕੋ ਪ੍ਰਭਾਰੀ ਨੇ, ਉਹਨਾਂ ਨੇ ਕਿਹਾ ਸੀ ਵੀ ਇਹ ਬਗੈਰ ਸੈਟਿੰਗ ਇਹਨਾਂ ਦੀ ਕੋਈ ਗੱਲ ਨਹੀਂ। ਇਹਨਾਂ ਨੇ ਇੱਕ ਆਪਦਾ ਕਾਂਗਰਸ ਨੇ ਇੱਕ ਸਿਰਫ ਇਸ ਕਰਕੇ ਮੀਡੀਆ ਖਿਲਾਫ ਕੀਤਾ ਕਿ ਅਸੀਂ ਲੋਕਾਂ ਨੂੰ ਦਿਖਾਉਣਾ ਹੈ। 4 ਸਾਲ ਕਿਹਦੀ ਸਰਕਾਰ ਸੀ ਬਈ? ਤੁਹਾਡੀ ਸਰਕਾਰ ਸੀ 5 ਸਾਲ। ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ? ਤੁਹਾਡਾ DGP ਸੀ, ਤੁਹਾਡੇ ਕੋਲ ਸਬੂਤ ਪਏ ਸੀ। ਅੱਜ ਸਬੂਤ ਕੋਈ ਤੁਹਾਡੇ ਨਵੇਂ ਜਾਰੀ ਹੋ ਗਏ। ਸਗੋਂ ਇਹਨਾਂ ਨੇ ਡਿਸਟਰੋਏ ਕੀਤੇ ਸਬੂਤ ਦੇ ਬਕਾਇਦਾ। ਜਦੋਂ ਅਸੀਂ ਇੱਕ ਵਿਧਾਨ ਸਭਾ 'ਚ ਬੋਲਦੇ ਸੀ ਵੀ ਜਿਹੜਾ ਕੈਪਟਨ ਹੈ ਇਹ ਕੈਪਟਨ ਮੋਦੀ ਦਾ ਖਾਸ ਬੰਦਾ ਹੈ, ਕੈਪਟਨ ਦੇ ਬਾਦਲ ਮਿਲੇ ਹੋਏ ਨੇ, ਤਾਂ ਸਾਡੇ ਖਿਲਾਫ ਇਹ ਸਾਰੇ ਬੰਦੇ ਉੱਠ ਖੜ੍ਹਦੇ। ਵਿੱਚ ਹੀ ਵੜਿੰਗ, ਵਿੱਚ ਹੀ ਸਿੱਧੂ, ਵਿੱਚ ਹੀ ਚੰਨੀ, ਵਿੱਚ ਹੀ ਕੋਈ ਹੋਰ ਵਗੈਰਾ ਮੰਤਰੀ। ਨਹੀਂ ਜੀ, ਆਮ ਆਦਮੀ ਪਾਰਟੀ ਵਾਲੇ ਝੂਠ ਬੋਲਦੇ ਨੇ, ਇਹ ਸਾਡੇ ਤੁਹਮਤਾਂ ਲਾਉਂਦੇ ਨੇ। ਪਰ ਅੱਜ ਉਹੀ ਵੜਿੰਗ, ਅੱਜ ਉਹੀ ਸਿੱਧੂ, ਅੱਜ ਉਹੀ ਚੰਨੀ, ਉਹੀ ਪ੍ਰਗਟ ਸਿੰਘ ਅੱਜ ਪਾਣੀ ਪੀ ਪੀ ਕੇ ਕੋਸਦੇ ਨੇ ਕੈਪਟਨ ਨੂੰ। ਹੁਣ ਕੈਪਟਨ ਕਿਵੇਂ ਬੜਾ ਹੋ ਗਿਆ? ਜਦੋਂ ਅਸੀਂ ਕਹਿੰਦੇ ਸੀ ਲਾਸਟ ਸੈਸ਼ਨ ਹੋਇਆ, ਲਾਸਟ ਸੈਸ਼ਨ ਦੇ ਵਿੱਚ ਅਸੀਂ ਉਹਨੂੰ ਕਿਹਾ ਵੀ ਆਹ ਦੇਖੋ ਤੁਹਾਡਾ ਹਾਲ। ਅੱਜ ਉਹ ਮੋਦੀ ਜਿਹੜਾ ਕੈਪਟਨ ਹੈ, ਮੋਦੀ ਝੋਲੀ 'ਚ ਬਹਿ ਗਿਆ। ਹੁਣ ਸਾਨੂੰ ਪਤਾ ਲੱਗਿਆ ਨਾ ਵੀ ਮੋਦੀ ਉਹਦੇ ਨਾਲ ਰਲਿਆ ਹੋਇਆ ਸੀਗਾ। ਬਾਦਲਾਂ ਨੂੰ ਬਚਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਜਿੰਨੇ ਵੀ ਦੋਸ਼ ਸੀ, ਕੁੰਵਰ ਵਿਜੇ ਪ੍ਰਤਾਪ ਸਾਡੀ ਪਾਰਟੀ 'ਚ MLA ਇਲੈਕਸ਼ਨ ਲੜ ਰਿਹਾ, ਉਹ ਕਹਿੰਦੇ ਵੀ ਜਦੋਂ ਅਸੀਂ ਜਾਂਦੇ, ਜਦੋਂ ਅਸੀਂ ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਸੰਬੰਧੀ ਹਾਈ ਕੋਰਟ 'ਚ ਪੇਸ਼ੀ ਹੁੰਦੀ, ਕੈਪਟਨ ਦਾ ਸਰਕਾਰੀ ਵਕੀਲ ਅਤੁਲ ਨੰਦਾ ਉਸ ਦਿਨ ਮੈਡੀਕਲ ਛੁੱਟੀ ਲੈ ਜਾਂਦਾ ਜਾਂ ਛੁੱਟੀ ਹੋਰ ਲੈ ਜਾਂਦਾ। ਯਾਰ ਗੁਰੂ ਗ੍ਰੰਥ ਸਾਹਿਬ ਦਾ ਕੇਸ ਹੋਵੇ, ਕਿੱਡੀ ਮਾੜੀ ਗੱਲ ਹੈ। ਅਤੇ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੋਵੇ, ਉਸ ਦਿਨ ਉਹਦੇ ਬਹਿਸ ਹੋਵੇ ਜਾਂ ਉਹਦੇ ਤਰੀਕ ਹੋਵੇ, ਤੁਹਾਡਾ ਸਰਕਾਰੀ ਵਕੀਲ ਛੁੱਟੀ ਲੈ ਜੇ, ਐਡੂ ਵੱਡੀ ਲਾਹਨਤ ਵਾਲੀ ਗੱਲ ਹੋ ਸਕਦੀ ਹੈ। ਸਿੱਧ ਹੁੰਦਾ ਹੈ ਵੀ ਇਹ ਲੋਕ ਗੁਰੂਆਂ ਦੇ ਨਾਲ ਧੋਖਾ ਕਰ ਰਹੇ ਸੀਗੇ। ਇਹ ਗੁਰੂਆਂ ਦੇ ਵਿਰੋਧੀ ਨੇ, ਇਹ ਪੰਜਾਬ ਵਿਰੋਧੀ ਨੇ, ਇਹ ਸਿੱਖ ਧਰਮ ਦੇ ਵਿਰੋਧੀ ਨੇ। ਇਹ ਪਾਰਟੀਆਂ ਸਿਰਫ ਅਤੇ ਸਿਰਫ ਵਿਖਾਵਾ ਕਰਦੇ ਰਹੇ, ਇਹ ਤੋਂ ਵੱਧ ਕੁਛ ਨਹੀਂ। 100 ਕਾਂਗਰਸੀ ਕਹਿੰਦੇ ਜੀ ਚੰਨੀ ਸਰਕਾਰ ਦਾ 111 ਦਿਨ ਦਾ ਜਿਹੜਾ ਕਾਰਜਕਾਲ ਆ ਬੜਾ ਵਧੀਆ ਸੀ। ਕਹਿੰਦੇ ਲੋਕ ਨਾ ਖੁਸ਼ ਹੋ ਗਏ, ਅਸੀਂ ਰਿਪੀਟ ਹੋਵਾਂਗੇ। ਨਹੀਂ, ਚੰਨੀ ਸਰਕਾਰ ਦੇ ਵਿੱਚ ਤੁਸੀਂ ਦੱਸੋ ਕੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਕੋਈ ਮਤਲਬ ਸਜ਼ਾ ਮਿਲੀ? ਕੀ ਰਿਸ਼ਵਤ ਬੰਦ ਹੋਈ? ਕੀ ਸਕੂਲਾਂ 'ਚ ਪੋਸਟਾਂ ਭਰੀਆਂ ਗਈਆਂ? ਕੀ ਕਾਲਜਾਂ ਵਿੱਚ ਪੋਸਟਾਂ ਭਰੀਆਂ ਗਈਆਂ? ਕੀ ਖੇਤਾਂ ਨੂੰ ਜਿਹੜਾ ਪਾਣੀ ਮਿਲਦਾ ਸੀ ਉਹ ਮਿਲਣ ਲੱਗ ਪਿਆ? ਕੀ ਰੇਹਾਂ ਸਪਰੇਹਾਂ ਸ਼ੁੱਧ ਹੋਣ ਲੱਗ ਪਈਆਂ? ਕੀ ਮਹਿੰਗਾਈ ਰੁਕ ਗਈ? ਕਿਸੇ ਵੀ ਪਿੱਛੇ 'ਤੇ ਤੁਸੀਂ ਦੇਖੋ 111 ਦਿਨਾਂ ਦੇ ਵਿੱਚ, ਹਾਂ 111 ਦਿਨਾਂ 'ਚ ਕੰਮ ਹੋਇਆ, ਉਹ ਮੈਂ ਮੰਨਦਾ ਵੀ 111 ਦਿਨਾਂ ਵਿੱਚ 111 ਕਰੋੜ ਰੁਪਈਆ ਕਮਾ ਲਿਆ ਇਹਨਾਂ ਨੇ। ਆਪ ਕਮਾਇਆ ਇਹਨਾਂ ਨੇ। ਰੇਤਾ ਬਜਰੀ ਦੇ ਟਿੱਪਰ ਭਰ ਕੇ ਇਹਨਾਂ ਨੇ ਵੇਚੇ ਨੇ। ਬਲੈਕ ਮਾਰਕੀਟਿੰਗ ਹੋਈ ਹੈ। ਤੁਸੀਂ ਦੱਸੋ ਵੀ ਨਸ਼ੇ ਬੰਦ ਹੋਏ ਨੇ? ਨਕਲੀ ਸ਼ਰਾਬ ਬੰਦ ਹੋਈ ਹੈ? ਸੋ ਕੁਛ ਕੀਤਾ ਦੱਸੋ ਕੀ ਹੈ? ਪੰਜਾਬ ਦਾ ਬੇੜਾ ਬਿਠਾਇਆ ਇਹਨਾਂ ਨੇ। ਸੋ ਇਸ ਕਰਕੇ ਕੋਈ ਉਹ ਨਹੀਂ। ਨਾਲੇ ਹਿਸਾਬ 111 ਦਿਨ ਦਾ ਕਹਿੰਦੇ ਹੋ ਜੀ, ਥੋੜ੍ਹੀ ਕਾਂਗਰਸ ਸਰਕਾਰ ਹੈ, ਤੁਹਾਡਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੈ, ਪਹਿਲਾਂ ਹੀ ਮੰਤਰੀ ਸੀ, ਹੁਣ ਵੀ ਹੈਗਾ, ਉਹ ਉਹਦੇ 'ਤੇ ਹੈ। ਜਾਖੜ ਪਹਿਲਾਂ ਵੀ ਸੀ, ਹੁਣ ਵੀ ਸੀ। ਵੜਿੰਗ ਪਹਿਲਾਂ ਵੀ ਸੀ, ਹੁਣ ਵੀ ਸੀ। ਚੰਨੀ ਪਹਿਲਾਂ ਹੀ ਮੰਤਰੀ ਸੀ, ਹੁਣ ਵੀ ਮੰਤਰੀ ਹੈ। ਅਤੇ ਤੁਸੀਂ 500 ਲੋਕ 5 ਸਾਲ ਦਾ ਹਿਸਾਬ ਲੈਣਗੇ, ਨਾ ਕਿ 111 ਦਿਨ ਦਾ ਲੈਣਗੇ। ਚੰਨੀ ਸਾਰਿਆਂ ਨੂੰ ਵੱਧ ਜੇ ਝੂਠ ਮਰਵਾਇਆ ਨਾ ਕੈਪਟਨ ਨੂੰ, ਤਾਂ ਇਹ ਚੰਨੀ ਨੇ ਮਰਵਾਇਆ ਸੀ। ਚੰਨੀ ਨੇ ਕਿਹਾ ਵੀ ਅਸੀਂ 15 ਲੱਖ ਨੌਕਰੀਆਂ ਦਿੱਤੀਆਂ। ਤੁਸੀਂ ਦੱਸੋ ਵੀ ਚੰਨੀ ਇਹ ਕੈਪਟਨ ਨੇ ਐਲਾਨ ਕਰਤਾ। ਉਹ ਮੈਂ ਕਹਾਂ ਕਿਹਦੇ ਕੋਲ ਸੀ ਨੌਕਰੀਆਂ ਦੇਣ ਦਾ, ਐਮਪਲੋਇਮੈਂਟ ਜਨਰੇਸ਼ਨ ਦਾ? ਉਹ ਚੰਨੀ ਕੋਲ ਸੀ। ਚੰਨੀ ਲਿਖ ਕੇ ਭੇਜਦਾ ਸੀ ਮੈਨੇ ਨੌਕਰੀ ਦੇਤੀਆਂ। ਤੁਸੀਂ ਇਹ ਦੇਖੋ ਵੀ ਇਹਦਾ ਮਤਲਬ 55 ਲੱਖ ਦੇ ਕਰੀਬ ਪਰਿਵਾਰ ਨੇ 15 ਲੱਖ ਦੇ ਸੀ ਨੌਕਰੀਆਂ ਦਿੱਤੀਆਂ। ਚੰਨੀ ਕਹਿੰਦਾ ਇਹਦਾ ਮਤਲਬ ਇਹ ਹੋ ਗਿਆ ਵੀ ਹਰੇਕ 3-4 ਘਰਾਂ ਦੇ ਵਿੱਚ ਤੋਂ ਪਿੱਛੋਂ ਇੱਕ ਨੌਕਰੀ ਮਿਲ ਗਈ। ਹੁਣ ਆਪਾਂ ਤੁਸੀਂ ਸਰਵੇ ਕਰ ਲਓ ਵੀ ਕਿਸੇ ਨੌਕਰੀ ਮਿਲੀ ਹੈ?
ਸੋ ਮੈਂ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਵੀ ਸਾਡਾ ITI ਹੈ ਬੁਢਲਾਡਾ, ਚੰਨੀ ਸਾਹਿਬ ਤੁਸੀਂ ਉਹਦੇ ਮੰਤਰੀ ਹੋ, ਟੈਕਨੀਕਲ ਮੰਤਰੀ ਹੋ, ਤੁਸੀਂ ITI ਦੇ ਵਿੱਚ ਇੰਸਟਰਕਟਰ ਹੈ ਨਹੀਂ, ਪ੍ਰਿੰਸੀਪਲ ਹੈ ਨਹੀਂ। ਉਹਦੀ ਬਿਲਡਿੰਗ ਦੇ ਵਿੱਚ ਮੈਂ ਦੇਖਿਆ, ਅਸੀਂ ਛੋਟੇ ਹੁੰਦੇ ਸੀ ਜਦੋਂ ਅਸੀਂ ਉੱਥੇ ਖੇਡਦੇ ਹੁੰਦੇ ਵੀ ਤੁਸੀਂ ਉਹਨਾਂ ਦੀ ਬਿਲਡਿੰਗ ਢਹਿ ਢੇਰੀ ਹੋ ਰਹੀ ਹੈ, ਤੁਸੀਂ ਕੋਈ ਫੰਡ ਜਾਰੀ ਕਰੋ। ਚੰਨੀ ਨੇ ਇੱਕ ਵੀ ਪੈਸਾ ਬੁਢਲਾਡਾ ITI ਜਾਂ ਹੋਰ ITI ਲਈ ਜਾਰੀ ਨਹੀਂ ਕੀਤਾ। ਜਿੱਥੇ ਕਿ ਆਮ ਲੋਕਾਂ ਦੇ ਬੰਦੇ ਟੇਡਾਂ ਲੈ ਕੇ ਕੋਈ ਗੈਸ ਵੈਲਡਿੰਗ ਸਿੱਖਦਾ ਹੈ, ਕੋਈ ਮਤਲਬ ਵਾਇਰਮੈਨ ਸਿੱਖਦਾ ਹੈ, ਕੋਈ ਲਾਇਰਮੈਨ ਦਾ ਕੰਮ ਕਰਦਾ ਹੈ, ਕੋਈ ਇਲੈਕਟ੍ਰੀਸ਼ੀਅਨ ਦਾ ਕਰਦਾ ਹੈ, ਕੋਈ ਮਤਲਬ ਜਿਹੜਾ ਹੈਗਾ ਡਰਾਫਟਸਮੈਨ ਦਾ ਕੰਮ ਕਰਦਾ ਹੈ, ਕੋਈ ਨਿਟਿੰਗ ਦੀ ਮਤਲਬ ਟ੍ਰੇਡ ਹੁੰਦੀ ਹੈ, ਕੋਈ ਇਹਨੇ ਡਿਵੈਲਪਮੈਂਟ ਨਹੀਂ ਕੀਤੀ। ਔਰ ਬਦਲੀਆਂ ਦੇ ਵਿੱਚ ਸਾਰਿਆਂ ਨਾਲੋਂ ਵੱਧ ਕਰਪਸ਼ਨ ਚੱਲੀ ਹੈ ਜਿੰਨੀ ਦੇ ਹੁੰਦੇ, ਹੁਣ ਵੀ ਹੋ ਰਹੀ ਹੈ। ਲੜਕੀਆਂ ਬਦਲੀ ਹੋ ਗਈ, 850 ਦੇ ਕਰੀਬ ਲੇਡੀਜ਼ ਵਿਧਵਾਵਾਂ, ਕੁਆਰੀਆਂ, ਨਾ ਵਿਆਹੀਆਂ ਨੂੰ ਬਦਲੀ ਹੋ ਗਈ, ਜੁਆਇਨ ਕਰ ਗਿਆ, ਦੁਬਾਰਾ ਫਿਰ ਡੈਪੂਟੇਸ਼ਨ ਤੋਂ ਪਿਛਲੇ ਸਕੂਲ 'ਚ ਭੇਜਦੀਆਂ, ਰੋਂਦੀਆਂ ਨੇ ਵਿਚਾਰੀਆਂ ਉਹ। ਇੱਕ ਚੰਦਾ ਫਰਜ਼ ਬਣਦਾ ਸੀ ਵੀ ਭਾਈ ਬਦਲੀ ਹੋ ਗਈ, ਜਾ ਕੇ ਤੁਸੀਂ ਲੀਵ ਹੋ ਕੇ ਜੁਆਇਨ ਕਰੋ, ਪਰੰਤੂ ਇਹਨੇ ਤੜਫਾਉਣਾ ਲੋਕਾਂ ਨੂੰ। ਸੋ ਕੋਈ ਕੰਮ ਨਹੀਂ ਕੀਤਾ ਜੀ, ਬਿਲਕੁਲ ਪੰਜਾਬ ਤਬਾਹ ਕੀਤਾ ਜਾਂਦੇ ਆ। MLA ਸਾਹਿਬ, ਤੁਸੀਂ ਆਪਾਂ ਨੌਕਰੀਆਂ ਦੀ ਹੁਣ ਗੱਲ ਕੀਤੀ ਹੈ, ਜੇ ਫਤਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਂਦਾ ਹੈ, ਸਰਕਾਰ ਬਹੁਤ ਤਰ੍ਹਾਂ ਬਣਦੀ ਹੈ, ਨੌਜਵਾਨਾਂ ਦੀ ਨੌਕਰੀਆਂ ਦੀ ਕੀ ਪਲੈਨਿੰਗ ਹੈ ਜੀ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਅਸੀਂ ਪਹਿਲੇ ਸਾਲ ਮਤਲਬ ਜੇਕਰ ਸਾਡੀ ਸਰਕਾਰ ਬਣਦੀ ਹੈ, ਜਿਹੜੀ ਕਿ ਲਗਭਗ ਲੋਕ ਬਣਾਉਣ ਨੂੰ ਤਿਆਰ ਨੇ, ਇੱਕ ਮੌਕਾ ਦੇਣ ਨੂੰ ਤਿਆਰ ਨੇ ਭਗਵੰਤ ਮਾਨ ਜੀ ਨੂੰ, ਮੁੱਖ ਮੰਤਰੀ ਨੂੰ। ਜਿਸ ਦਿਨ ਦੇ ਭਗਵੰਤ ਮਾਨ ਜੀ ਮੁੱਖ ਮੰਤਰੀ ਦਾ ਉਹਦਾ ਐਲਾਨ ਹੋਇਆ ਤਾਂ ਪੰਜਾਬ ਦੇ ਵਿੱਚ ਹਵਾ ਹੀ ਹੋਰ ਹੋ ਗਈ, ਆਮ ਆਦਮੀ ਪਾਰਟੀ ਦੇ ਪੱਖ ਵਿੱਚ ਬਹੁਤ ਉੱਚੀ ਹੋ ਗਈ। ਸੋ ਜਿਹੜਾ ਕਿ ਲਗਭਗ ਮੇਰਾ ਖਿਆਲ ਹੈ ਵੀ ਆਮ ਆਦਮੀ ਪਾਰਟੀ ਸਰਕਾਰ ਬਣਨੀ ਤੈਅ ਹੈ। 80 ਦੇ ਕਰੀਬ ਸੀਟਾਂ ਜਾ ਕੇ ਤੋਂ ਵੱਧ ਜਾ ਕੇ ਅਸੀਂ ਸਰਕਾਰ ਬਣਾਵਾਂਗੇ। 1 ਅਪ੍ਰੈਲ ਤੋਂ ਹੀ ਨਵੇਂ ਸਾਲ ਚੜ੍ਹਨ ਸਾਰੀ ਅਸੀਂ ਪਰ ਪੂਰੀ ਤਰ੍ਹਾਂ ਜਿਹੜੀਆਂ ਪੁਰਾਣੀਆਂ ਨੌਕਰੀਆਂ ਨੇ ਉਹਦੀ ਜਿਹੜੀ ਸਟੇ ਆ ਕੋਈ ਵਿਕੇਟ ਕਰਾ ਕੇ ਨਾਲ ਦੀ ਨਾਲ ਨੌਕਰੀ ਦੇਵਾਂਗੇ। ਉਸ ਤੋਂ ਬਾਅਦ ਪਹਿਲੇ ਸਾਲ ਤੋਂ ਹੀ ਨੌਕਰੀਆਂ ਜਿਹੜੀਆਂ ਹੈਗੇ ਨੇ ਉਹਨਾਂ ਇਸ਼ਤਿਹਾਰ ਦੇਣਾ ਸ਼ੁਰੂ ਹੋ ਜਾਊਗਾ। ਕਿਸੇ ਵੀ ਇਸ਼ਤਿਹਾਰ 'ਤੇ ਜਿਵੇਂ ਲੁੱਟਦੇ ਨੇ 300 ਰੁਪਈਆ ਇਸ਼ਤਿਹਾਰ ਦਾ ਇੱਕ ਪੋਸਟ ਦਾ, 400 ਰੁਪਏ ਇੱਕ ਪੋਸਟ ਦਾ, ਕਰੋੜਾਂ ਰੁਪਈਏ ਇਹਨਾਂ ਨੇ ਕਮਾ ਲਏ ਬੇਰੁਜ਼ਗਾਰਾਂ ਤੋਂ, ਵਿਚਾਰਿਆਂ ਤੋਂ, ਅਤੇ ਕੋਈ ਨੌਕਰੀ ਦਿੱਤੀ ਨਹੀਂ। ਅਸੀਂ ਪਹਿਲੇ ਸਾਲ ਤੋਂ ਹੀ ਨੌਕਰੀ ਦੇਣੀ ਸ਼ੁਰੂ ਕਰਾਂਗੇ। ਪਹਿਲੇ ਸਾਲ ਤੋਂ ਹੀ ਜਿਹੜੀਆਂ ਇੰਫਰਾਸਟਰਕਚਰ ਡਿਵੈਲਪਮੈਂਟ ਹੈ ਉਹ ਸ਼ੁਰੂ ਕਰ ਦਾਂਗੇ। ਉਦਯੋਗਾਂ ਦੇ ਵਿੱਚ ਅਸੀਂ ਉਦਯੋਗਾਂ ਨੂੰ ਬਹਾਲ ਕਰਾਂਗੇ, ਕਿਉਂਕਿ ਜਿਹੜਾ ਮੈਂ ਇਕਨੋਮਿਕਸ ਦਾ ਲੈਕਚਰ ਰਿਹਾ, 22 ਸਾਲ ਮੈਂ ਇਕਨੋਮਿਕਸ ਪੜ੍ਹਾਈ ਹੈ, ਮੈਨੂੰ ਪਤਾ ਹੈ ਵੀ ਜਿਹੜੇ ਨੌਕਰੀਆਂ ਨੇ ਉਹ ਸੀਮਿਤ ਨੇ। ਅਤੇ ਕੋਆਪਰੇਟਿਵ ਸਿਸਟਮ ਰਾਹੀਂ 10-10 ਮੁੰਡਿਆਂ ਨੂੰ ਅਸੀਂ ਕੋਆਪਰੇਟਿਵ ਸਿਸਟਮ ਰਾਹੀਂ ਕੋਈ ਨਾ ਕੋਈ ਕਿਸੇ ਟ੍ਰੇਡ ਦੇ ਵਿੱਚ ਕਿਸੇ ਪ੍ਰੋਜੈਕਟ 'ਤੇ ਅਸੀਂ ਕੰਮ ਕਰਵਾ ਕੇ ਉਹਨਾਂ ਨੂੰ ਕਰਜ਼ਾ ਦੇ ਕੇ ਸਰਕਾਰੀ ਤੌਰ 'ਤੇ ਉਹਨਾਂ ਦੇ ਕੰਮ ਕਰਾਵਾਂਗੇ ਤਾਂ ਜੋ ਉਹਨਾਂ ਨੂੰ ਆਮਦਨ ਹੋਵੇ। ਜਿਹੜੇ 18,000 ਦੇ ਕਰੀਬ ਉਦਯੋਗ ਬੰਦ ਪਏ ਨੇ ਉਹਨਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਕਿਉਂਕਿ ਲੱਖਾਂ ਲੋਕ ਉੱਥੇ ਰੁਜ਼ਗਾਰ ਪੈਦਾ ਹੋਊਗਾ। ਸਾਡੇ ਤਾਂ ਇੱਥੇ ਗੋਬਿੰਦਪੁਰਾ ਮੇਰੇ ਆਪਣੇ ਹਲਕੇ 'ਚ ਹੈਗਾ 881 ਏਕੜ ਜ਼ਮੀਨ ਹੈ। ਮੈਂ ਪਹਿਲੇ ਸਾਲ ਹੀ ਗੋਬਿੰਦਪੁਰਾ ਦਾ ਲਾਇਆ ਸੀ ਕੁਐਸਚਨ ਕਿ ਤੁਸੀਂ ਉੱਥੇ ਨਾ ਨੌਕਰੀ ਦਿੱਤੀਆਂ ਨੇ ਨਾ ਉਹ ਚਲਾਇਆ, ਤੁਸੀਂ 881 ਏਕੜ ਜ਼ਮੀਨ ਦੀ ਜਿਹੜੀ ਪ੍ਰੋਡਕਸ਼ਨ ਪੈਦਾ ਹੁੰਦੀ ਤੁਸੀਂ ਉਹ ਵੀ ਰੋਕਤੀ। ਉੱਥੇ ਜੇਕਰ ਕੋਈ ਉਦਯੋਗ ਲੱਗ ਜਾਂਦਾ ਤਾਂ ਘੱਟੋ ਘੱਟ ਸਾਡੇ ਇਲਾਕੇ ਦੇ 10,000 ਲੋਕਾਂ ਨੂੰ ਡਾਇਰੈਕਟ ਔਰ ਇਨਡਾਇਰੈਕਟ ਵੇ ਨਾਲ ਉੱਥੇ ਰੁਜ਼ਗਾਰ ਮਿਲ ਜਾਂਦਾ, ਪਰੰਤੂ ਇਹਨਾਂ ਕੀਤਾ ਕੱਖ ਨਹੀਂ ਹੈਗਾ। ਜੇ ਆਪਾਂ ਭਗਵੰਤ ਮਾਨ ਦੀ ਗੱਲ ਕਰ ਲਈਏ, CM ਦਾ ਚਿਹਰਾ ਐਲਾਨ ਕਰਨ ਤੋਂ ਬਾਅਦ ਵਰਕਰਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕਿਵੇਂ ਉਤਸ਼ਾਹ ਕਿੱਦਾਂ ਲੱਗਦਾ? ਬਹੁਤ ਵੱਡਾ ਉਤਸ਼ਾਹ ਜੀ। ਭਗਵੰਤ ਮਾਨ ਦੇ ਨਾਲ ਇੰਨੀਆਂ ਸਾਰੀਆਂ ਸਤਿਕਾਰਯੋਗ ਮਾਵਾਂ, ਸਾਡੀਆਂ ਭੈਣਾਂ, ਸਾਡੇ ਵੀਰ ਬਜ਼ੁਰਗ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਵੀ ਅਸੀਂ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ। ਜਦੋਂ ਅਸੀਂ ਕਹਿੰਦੇ ਵੀ ਇੱਕ ਮੌਕਾ ਭਗਵੰਤ ਮਾਨ ਨੂੰ, ਕਹਿੰਦੇ ਬਿਲਕੁਲ ਪੁੱਤ ਅਸੀਂ ਭਗਵੰਤ ਮਾਨ ਨੂੰ ਪਿਆਰ ਕਰਦੇ ਹਾਂ। ਸਾਡੇ ਮੁੱਦੇ ਵਿਧਾਨ ਸਭਾ 'ਚ ਲਾਏ ਨੇ, ਕਿਸਾਨੀ ਸੰਬੰਧੀ ਸਭ ਤੋਂ ਵੱਧ ਭਗਵੰਤ ਮਾਨ ਬੋਲਿਆ, ਸਿੱਧਾ ਮੋਦੀ ਦੇ ਅੱਖ 'ਚ ਅੱਖ ਪਾ ਕੇ ਬੋਲਿਆ। ਉਹ ਕਿਸੇ ਵੀ ਵੱਡੇ ਲੀਡਰ ਦੀ ਜ਼ਰੂਰਤ ਨਹੀਂ ਜੇ ਭਗਵੰਤ ਨਾਲ ਉਹ ਬਹਿਸ ਕਰ ਸਕੇ। ਸੋ ਅੱਜ ਬੜਾ ਇੰਟੈਲੀਜੈਂਟ ਬੰਦਾ ਹੈ, ਪਰਸਨ ਹੈ, ਮੈਂ ਨੇੜੇ ਹੋ ਕੇ ਦੇਖਿਆ, ਔਰ ਸਾਰਿਆਂ ਨਾਲੋਂ ਵੱਧ ਸਾਨੂੰ ਬੜਾ ਫਾਇਦਾ ਹੈ ਕਿਉਂਕਿ ਸਾਡੇ ਇਲਾਕੇ ਦਾ ਜਿਹੜਾ ਹੀਰਲਾ ਪਿੰਡ ਹੈ ਉਹ ਹੀਰੋ ਖੁਰਦ ਹੈ, ਉਹ ਖੀਵਾ ਮੀਆਂ ਸਿੰਘ ਵਾਲਾ ਹੈ, ਉਹ ਕਣਕ ਵਾਲਾ ਹੈ, ਉਹਦੇ ਨਾਲ ਲੱਗੀ ਉਹਦੀ ਜ਼ਮੀਨ ਹੈ। ਭਗਵੰਤ ਮਾਨ ਦਾ ਪਿੰਡ ਸਤੌ ਸ਼ੁਰੂ ਹੋ ਜਾਂਦਾ ਹੈ। ਸੋ ਸਾਡੇ ਇਲਾਕੇ ਦਾ ਪਹਿਲੀ ਵਾਰੀ ਮੁੱਖ ਮੰਤਰੀ ਬਣ ਰਿਹਾ, ਖਾਸ ਤੌਰ 'ਤੇ ਮਾਲਵੇ ਦੇ ਪਛੜੇ ਇਲਾਕੇ ਵਿੱਚ ਜਿੱਥੇ ਪਾਣੀ ਦਾ ਪੀਣ ਦਾ ਪਾਣੀ ਨਹੀਂ ਮਿਲਦਾ, ਜਿੱਥੇ ਨਹਿਰੀ ਪਾਣੀ ਨਹੀਂ ਮਿਲਦਾ, ਲੋਕਾਂ ਢੇਲਾਂ 'ਤੇ ਸੁੱਕੀਆਂ ਪਈਆਂ ਨੇ। ਸੋ ਇਹ ਬਹੁਤ ਜ਼ਿਆਦਾ ਭਗਵੰਤ ਮਾਨ ਦੇ ਆਉਣ ਦੇ ਨਾਲ ਮਾਲਵੇ ਦੇ ਇਲਾਕੇ ਨੂੰ, ਇਸ ਇਲਾਕੇ ਨੂੰ ਬੜਾ ਫਾਇਦਾ ਹੋਊਗਾ, ਸਮੁੱਚੇ ਪੰਜਾਬ ਨੂੰ ਫਾਇਦਾ ਹੋਊਗਾ। ਗੱਲ ਕੀ ਹੈ ਕਿ ਭਗਵੰਤ ਮਾਨ ਵਰਗਾ ਇਨਸਾਨ, ਤੁਹਾਨੂੰ ਪਤਾ ਹੀ ਹੈ ਵੀ ਪਾਰਲੀਮੈਂਟ ਦੇ ਵਿੱਚ ਅੱਜ ਉਹਦੇ ਨਾਂ ਦਾ ਡੰਕਾ ਚੱਲਦਾ। ਸੋ ਲੋਕ ਉਹਨੂੰ ਐਜ ਏ CM ਦੇਖਣ ਨੂੰ ਬੜੇ ਉਤਾਵਲੇ ਨੇ। 22 ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈ, ਉਹਨਾਂ ਕੋਲੋਂ ਸੰਯੁਕਤ ਸਮਾਜ ਮੋਰਚੇ ਦਾ ਗਠਨ ਕਰਕੇ ਆਪਦੇ ਕੈਂਡੀਡੇਟ ਉਤਾਰੇ ਗਏ ਨੇ, ਕਿ ਆਪਾਂ ਨੂੰ ਨੁਕਸਾਨ ਹੋਊਗਾ ਕਿ ਫਾਇਦਾ ਹੋਊਗਾ ਜੀ? ਦੇਖੋ, ਲੋਕ ਬੜੇ ਸਿਆਣੇ ਹੈ ਜੀ। ਲੋਕ ਹੁਣ ਉਹ ਲੋਕ ਨਹੀਂ ਰਹੇ ਜਿਵੇਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਕਿਸਾਨੀ ਦੇ ਨਾਲ ਜਾਗਰਤੀ ਬੜੀ ਮੁਹਿੰਮ ਆਈ ਹੈ। ਮੈਂ ਪਿੰਡਾਂ ਜਾਂਦਾ, ਪਰੰਤੂ ਸਾਡੀ ਲਹਿਰ ਦੇ ਵਿੱਚ ਕਦੇ ਕੋਈ ਘਾਟ ਨਹੀਂ ਆਈ ਹੈਗੀ। ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਲੋਕ ਕਿਸਾਨਾਂ ਦੇ ਵਿੱਚ, ਕਿਉਂਕਿ ਇਕੱਲਾ ਰਾਜੇਵਾਲ ਹੀ ਕੰਮ ਕਰ ਰਿਹਾ ਨਾ,
ਹੋਰ ਕੋਈ ਜਥੇਬੰਦੀ ਕੰਮ ਨਹੀਂ ਕਰ ਰਹੀ। ਜਿਹੜੀਆਂ ਇੱਥੇ ਮੁੱਖ ਜਥੇਬੰਦੀਆਂ ਜਿਹਨਾਂ ਬੜਾ ਰੋਲ ਰਿਹਾ ਹੈ, ਡਕੌਂਦਾ ਗਰੁੱਪ ਹੈ, ਅਗਰਾਹਾਂ ਗਰੁੱਪ ਹੈ, ਸਿੱਧੂਪੁਰ ਹੈ, ਕਾਦੀਆਂ ਗਰੁੱਪ ਹੈ, ਇਹਨਾਂ ਦਾ ਉਹਦੇ ਵਿੱਚ ਕੋਈ ਐਕਸ਼ਨ ਲੈ ਨਹੀਂ ਰਹੇ। ਸੋ ਇਹਨਾਂ ਦੇ ਆਪਸ ਦੇ ਵਿੱਚ ਵੀ ਇਹਨਾਂ ਦਾ ਜਿਹੜੇ ਇਹ ਸਮਾਜ ਮੋਰਚਾ ਹੈ ਇਹਦੇ ਵਿੱਚ ਵੀ ਦੋ ਫੜ ਹੋ ਗਏ। ਉਹ ਇੱਕ ਪਾਸੇ ਬਲਬੀਰ ਸਿੰਘ ਰਾਜੇ ਵਾਲਾ ਗਰੁੱਪ ਹੈ, ਦੂਜੇ ਪਾਸੇ ਜਿਹੜਾ ਹੈਗਾ ਰੁਲਦੂ ਸਿੰਘ ਉਹ ਗਰੁੱਪ ਨੇ ਅੱਡ ਬੰਦੇ ਖੜੇ ਕਰਤੇ ਹੈ। ਸੋ ਮੇਰਾ ਖਿਆਲ ਲੋਕ ਇਹ ਪ੍ਰਵਾਨ ਨਹੀਂ ਕਰਨਗੇ। ਲੋਕ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਸੱਤਾ ਦੇਣ ਵਾਸਤੇ ਤਿਆਰ ਬੈਠੇ ਹੈ। 5 ਸਾਲ ਤੋਂ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਸੀਗਾ, ਤੁਸੀਂ ਬੁਢਲਾਡੇ ਤੋਂ ਵਿਧਾਇਕ ਵੀ ਹੋ, ਕਿੰਨਾ ਕੁ ਵਿਕਾਸ ਹੋਇਆ ਜੀ ਇੱਥੇ? ਦੇਖੋ ਤੁਸੀਂ ਆਹੀ ਸੜਕ ਤੁਸੀਂ ਆਏ ਹੋ, ਤੁਸੀਂ ਇਹ ਕੱਚੀ ਪਈ ਸੀ, ਆ ਸਾਹਮਣੇ ਹੋ ਰਿਹਾ ਨਾ ਦਾ ਚੱਲ ਰਿਹਾ। ਤੁਸੀਂ ਕਿਹਾ ਸਾਡੇ ਪਿੰਡ ਦੇ ਵਿੱਚ ਗਾਹਾਂ ਚਲੇ ਜਾਓ, ਤੁਹਾਨੂੰ ਸੜਕ ਸਹੀ ਸੜਕ ਵਧੀਆ ਮਿਲੂਗੀ। ਕੁਝ ਕੰਮ ਰਹਿ ਵੀ ਗਏ ਨੇ, ਸਾਰੇ ਕੰਮ ਨਹੀਂ ਹੋਏ। ਬੁਢਲਾਡੇ ਦੇ ਵਿੱਚ ਸੀਵਰੇਜ ਸਿਸਟਮ ਸੀਗਾ, ਮੈਂ ਵਿਧਾਨ ਸਭਾ 'ਚ ਕੁਐਸਚਨ ਲਾਇਆ, ਇਹਦੇ ਵਿੱਚ ਹੈਗਾ ਕੁਐਸਚਨ। ਉਹਦੇ ਨਾਲ ਬੁਢਲਾਡੇ ਵਿੱਚ ਲਗਭਗ 5 ਕਰੋੜ ਦੇ ਰੁਪਈਏ ਖਰਚ ਕੇ ਇੱਕ ਪੂਰਾ 5 ਕਿਲੋਮੀਟਰ ਨਵੀਂ ਪਾਈਪ ਪੈਗੀ। ਆਉਣ ਵਾਲੇ 30-35 ਸਾਲਾਂ ਵਿੱਚ ਬੁਢਲਾਡੇ 'ਚ ਕੋਈ ਸੀਵਰੇਜ ਦੀ ਸਮੱਸਿਆ ਨਹੀਂ ਰਹੂਗੀ। ਮੈਂ ਆਉਣ ਸਾਰੀ ਬੁਢਲਾਡਾ ਜਿੱਥੇ ਮੈਂ ਪ੍ਰਿੰਸੀਪਲ ਰਿਹਾ ਉਹਦੀ ਬਿਲਡਿੰਗ ਢਹਿ ਗਈ ਸੀ। ਮੈਂ ਉਸ ਬਕਾਇਦਾ ਵਿਧਾਨ ਸਭਾ 'ਚ 1 ਨੰਬਰ ਕੁਐਸਚਨ, ਤੁਸੀਂ ਆਹ ਦੇਖੋ, ਪੰਜਾਬ ਦੇ ਵਿੱਚ ਜੇ ਪਹਿਲਾ ਕੋਈ ਕੁਐਸਚਨ ਲੱਗਿਆ ਸੀ ਤਾਂ ਮੇਰਾ ਲੱਗਿਆ ਸੀ, ਉਹ ਸੀ ਬੁਢਲਾਡਾ ਬॉयਜ਼ ਸਕੂਲ ਦੀ ਇਮਾਰਤ ਨੂੰ ਉਸਾਰੀ ਸੰਬੰਧੀ। ਤਾਂ 52 ਲੱਖ ਰੁਪਈਆ ਹੁਣ ਤੱਕ ਆ ਚੁੱਕੇ, ਉਹ ਨਵੀਂ ਬਿਲਡਿੰਗ ਬਣ ਚੁੱਕੀ ਹੈ। ਬਹਾਦਰਪੁਰ ਕਾਲਜ ਹੈ, ਯੂਨੀਵਰਸਿਟੀ ਕਾਲਜ ਸੀ, ਕਾਲਜ ਬਣ ਗਿਆ ਸੀ, ਬਿਲਡਿੰਗ ਬਣ ਗਈ ਸੀ, ਪਰੰਤੂ ਚੱਲਿਆ ਨਹੀਂ ਸੀ। ਪਹਿਲੇ ਸਾਲ ਹੀ ਮੈਂ ਇਹ ਆਪ ਨਿੱਜੀ ਇੰਟਰਸਟ ਲੈ ਕੇ ਉਹ ਕਾਲਜ ਲਵਾਇਆ। ਫਿਰ ਉਹਦੇ ਵਿੱਚ ਪੋਸਟਾਂ ਮਤਲਬ ਜਿਹੜੇ ਗੈਸਟ ਫੈਕਲਟੀ ਟੀਚਰ ਸੀ ਉਹ ਉਹਨਾਂ ਦੀ ਭਰਤੀ ਕਰਵਾਈ। ਫਿਰ ਪੋਲੀਟੈਕਨਿਕ ਕਾਲਜ ਸੀਗਾ, ਉਹ ਪੋਲੀਟੈਕਨਿਕ ਕਾਲਜ ਬਰੇਟਾ ਬਣ ਗਿਆ ਸੀ, ਬਿਲਡਿੰਗ ਬਣੀ ਸੀ, ਚੱਲਿਆ ਨਹੀਂ ਸੀ। ਮੈਂ ਪਹਿਲੇ ਵਾਰੀ ਕੁਐਸਚਨ ਲਾ ਕੇ ਕੁਐਸਚਨ ਨੰਬਰ 2 ਜਿਹੜਾ ਪਹਿਲੇ ਦੋਨੇ ਕੁਐਸਚਨ ਮੇਰੇ ਲੱਗੇ ਹੋਏ ਸੀ ਵਿਧਾਨ ਸਭਾ 'ਚ। ਹਾਲਾਂਕਿ ਮੈਂ ਨਵਾਂ ਸੀ, ਮੈਨੂੰ ਹਜੇ ਪਿੱਛੋਂ ਪਹਿਲਾਂ ਪਤਾ ਵੀ ਨਹੀਂ ਸੀਗਾ ਵੀ ਥੋੜ੍ਹੀ ਜਿਹੀ ਨਵਾਂ ਤਜਰਬੇ ਨਾਲ ਆਉਂਦਾ ਗੱਲ। ਫਿਰ ਵੀ ਕੁਐਸਚਨ ਨੰਬਰ 1 ਅਤੇ 2 ਅਤੇ 3 ਤਿੰਨੇ ਕੁਐਸਚਨ ਬੁਢਲਾਡੇ ਦੇ ਲੱਗੇ ਸੀ ਮੇਰੇ। ਉਹ ਚਲਵਾਇਆ ਜੀ। ਅੱਜ ਜੱਚਾ ਬੱਚਾ ਕੇਂਦਰ ਬੁਢਲਾਡਾ ਬਣ ਰਿਹਾ ਹਸਪੀਟਲ ਦੇ 6 ਕਰੋੜ ਦੇ ਹਿਸਾਬ ਨਾਲ, ਇਹ ਮੈਂ ਸ਼ੁਰੂ ਕਰਵਾਇਆ। ਲੈ ਕੇ ਭਿੱਖੀ ਤੋਂ ਲੈ ਕੇ ਬਾਹਾਂ ਵਾਲੇ ਤੱਕ ਸੜਕ ਦਾ ਬੁਰਾ ਹਾਲ ਸੀ, ਲੋਕ ਬੜੇ ਤਪਾਏ ਸੀਗੇ, ਇਹ ਸੜਕ ਦਾ ਮੈਂ ਕਰਵਾਇਆ। ਬਖਸ਼ੀਵਾਲ ਤੋਂ ਲੈ ਕੇ ਮੰਦਰਾਂ ਤੱਕ ਜਿਹੜੀ ਬੋਹਾ ਰਜਵਾ ਹੈ ਪੀਣ ਵਾਲਾ ਪਾਣੀ ਦਾ, ਮੈਂ ਬਕਾਇਦਾ 2 ਵਾਰੀ ਮੁੱਦਾ ਲਾਇਆ, ਬਜਟ ਵਿੱਚ ਪਾਸ ਕਰਵਾਈ ਸੜਕ। ਉਹ ਨਹਿਰ ਉਹ ਥੋੜ੍ਹੀ ਜਿਹੀ ਕੋਈ ਸਟੇਜ ਆ ਗਈ, ਉਹ ਲਗਭਗ 1-2 ਮਹੀਨਿਆਂ ਦੇ ਵਿੱਚ ਬਣਨੀ ਸ਼ੁਰੂ ਹੋ ਜੂਗੀ। ਸੋ ਇਸ ਤਰ੍ਹਾਂ ਓਵਰਬ੍ਰਿਜ ਦਾ ਮੈਨੂੰ ਪਿਛਲੇ ਪਤਾ ਲੱਗਿਆ, ਓਵਰਬ੍ਰਿਜ ਦੇ ਵਿੱਚ ਲਾਈਟਾਂ ਨਹੀਂ ਸੀ, ਮੈਂ ਕੁਐਸਚਨ ਲਾਇਆ, ਨਾਲ ਦੀ ਨਾਲ ਸਵਾਲ ਲਾਇਆ, ਉਹ ਚੱਲ ਪਈਆਂ। ਹਰ ਸਾਲ ਅਪ੍ਰੈਲ ਮਈ ਦੇ ਵਿੱਚ 4-5 ਪਿੰਡਾਂ ਦੀ ਕਣਕ ਲਗਭਗ ਕਿਸੇ ਨਾ ਕਿਸੇ ਕਾਰਨ ਅੱਗ ਲੱਗ ਜਾਂਦੀ ਸੀਗੀ। ਮੈਂ ਨਾਲ ਦੀ ਨਾਲ ਕੁਐਸਚਨ ਲਾਉਂਦਾ, ਸਵਾਲ ਲਾਉਂਦਾ ਵਿਧਾਨ ਸਭਾ ਦੇ ਵਿੱਚ, ਔਰ ਅਗਸਤ ਤੱਕ ਉਹਨਾਂ ਸਾਰੇ ਪਿੰਡਾਂ ਨੂੰ ਮੈਂ ਪੈਸੇ ਦਵਾਏ। ਹੋਰ ਮੁਲਾਜ਼ਮਾਂ ਦੇ, ਜਿਵੇਂ ਸਾਡੇ ਸਾਰੇ ਜਿੰਨੇ ਵੀ ਮੁਲਾਜ਼ਮ ਸੀ ਬੁਢਲਾਡੇ ਦੇ, DDO ਜਿਹੜੇ ਪ੍ਰਿੰਸੀਪਲ ਸੀ, ਉਹ ਆਪਣੇ ਤਨਖਾਹ ਦੇ ਬਿੱਲ ਮਾਨਸਾ ਜਮ੍ਹਾਂ ਕਰਾਉਂਦੇ ਹੁੰਦੇ। ਮੈਂ ਮੈਨੂੰ ਮੰਗ ਦੱਸੀ ਵੀ ਭਈ ਇਹ ਅਸੀਂ ਜਾਣਾ ਪੈਂਦਾ ਹੈ, ਮੈਂ ਨਾਲ ਦੀ ਨਾਲ ਸਵਾਲ ਲਾ ਕੇ ਹੁਣ ਇਸ ਵਾਰ ਬਿੱਲ ਬੁਢਲਾਡੇ ਜਮ੍ਹਾਂ ਹੁੰਦੇ ਨੇ। ਹੋਰ ਅਨੇਕਾਂ ਮਤਲਬ ਜਿਵੇਂ ਡਾਈਟ ਹੈ ਬੁਢਲਾਡਾ, ਉੱਥੇ ਹੈਡਮਾਸਟਰ ਦੀ ਪੋਸਟ ਸੀਗੀ 45 ਸਾਲ ਦੀ, ਮੈਂ ਲਾਇਆ ਵੀ ਜਿਹੜਾ ਡਾਈਟ ਹੈ ਉਹਦੀ ਜਿਹੜੀ ਪੋਸਟ ਹੈ ਹੈੱਡ ਹੈ ਉਹ ਜੇ ਇਕੁਅਲ ਟੂ DO ਬਰਾਬਰ ਹੁੰਦਾ। ਤੁਸੀਂ ਉੱਥੇ ਪ੍ਰਿੰਸੀਪਲ ਦੀ ਪੋਸਟ ਚਾਹੀਦੀ ਹੈ, ਅੱਜ ਉੱਥੇ ਪ੍ਰਿੰਸੀਪਲ ਦੀ ਪੋਸਟ ਹੈ। ਸਰਦਾਰ ਬੂਟਾ ਸਿੰਘ ਬਹੁਤ ਇੰਟੈਲੀਜੈਂਟ ਇੱਕ ਪ੍ਰਿੰਸੀਪਲ ਸਾਡਾ, ਉਹ ਅੱਜ ਉੱਥੇ ਤਾਇਨਾਤ ਹੈ। ਕਾਫੀ ਮੁਲਾਜ਼ਮਾਂ ਦੀਆਂ, ਵਪਾਰੀਆਂ ਦੀਆਂ, ਵਿਦਿਆਰਥੀਆਂ ਦੀਆਂ, ਸ਼ਗਨ ਸਕੀਮਾਂ ਦੀਆਂ, ਹਰਗੋਬਿੰਦ ਖਰਾਣਾ ਸਕੀਮ ਦੀ ਜਿਹੜਾ ਵਜ਼ੀਫਾ ਹੈ ਉਹਦੀਆਂ, ਹਰ ਸਾਲ ਮੈਂ ਸ਼ਗਨ ਸਕੀਮਾਂ ਦੇ ਮੁੱਦੇ ਲਾਉਂਦਾ, ਸ਼ਗਨ ਸਕੀਮਾਂ ਮੈਂ ਜਾਰੀ ਕਰਾਉਂਦਾ। ਵਜ਼ੀਫੇ ਬਾਰੇ ਮੁੱਦਾ ਲਾਉਂਦਾ, ਵਜ਼ੀਫੇ ਭਾਵੇਂ ਨਹੀਂ ਦਿੱਤੇ ਇਹਨਾਂ ਨੇ, ਪਰੰਤੂ ਮੈਂ ਉਹਨਾਂ ਦੀ ਮੰਗ ਰੱਖਦਾ। ਸੋ ਇਸ ਕਰਕੇ ਆਟਾ ਦਾਲ ਦੀਆਂ ਲਗਭਗ 2.5 ਲੱਖ ਕਾਰਡ ਕੱਟਦੇ। ਹਰ ਸਾਲ ਮੈਂ ਵਿਧਾਨ ਸਭਾ 'ਚ ਇਹ ਸਵਾਲ ਲਾਉਂਦਾ, ਸਾਡੀ ਪਾਰਟੀ ਦੇ ਹੋਰ MLA ਵੀ ਲਾਉਂਦੇ, ਪਰੰਤੂ ਐਡੀ ਮਤਲਬ ਮੈਨੂੰ ਮਾੜੀ ਸਰਕਾਰ ਮੈਂ ਕਹਿ ਸਕਦਾ ਕਿ ਗਰੀਬਾਂ ਦੇ ਜਿਹੜੇ ਐਕਚੁਅਲੀ ਗਰੀਬ ਸੀ ਉਹਦੇ ਕਾਰਡ ਕੱਟਦੇ ਇਹਨਾਂ ਨੇ। ਚਾਹੀਦੇ ਇਹ ਹੁੰਦਾ ਵੀ ਗਰੀਬਾਂ ਦੇ ਕਾਰਡ ਬਣਨੇ ਹੁੰਦੇ ਨੇ, ਚੰਗੇ ਭਲੇ ਦੇ ਹੈਗੇ ਨੇ ਅਜੇ ਵੀ, ਪਰੰਤੂ ਗਰੀਬਾਂ ਦੇ ਕਾਰਡ ਕੱਟੇ ਪਏ ਨੇ। ਇਸ ਕਰਕੇ ਕੋਈ ਇਹਨੂੰ ਕਾਂਗਰਸ ਨੂੰ ਵੋਟ ਨਹੀਂ ਪਾਉਂਦਾ, ਗਰੀਬਾਂ ਦਾ ਵੋਟ ਨਹੀਂ ਪਾਉਂਦਾ, ਉਹ ਕੁਛ ਮਰਜ਼ੀ ਕਹੀ ਜਾਣ। ਇਹ ਚੰਨੀ ਨੇ ਰੇਤਾ ਸਸਤਾ ਕਰਨ ਦੀ ਗੱਲ ਕੀਤੀ, ਕੇਬਲ ਸਸਤੀ ਕਰਨ ਦੀ ਗੱਲ ਕੀਤੀ, ਹੋਰ ਵੀ ਆਪਾਂ ਕਰ ਲਈਏ ਕਈ ਮਾਫੀਏ ਜਿਹੜੇ ਉਹ ਕਹਿੰਦਾ ਖਤਮ ਕਰਤੇ, ਸਸਤਾ ਹੋ ਗਿਆ। ਸਸਤਾ ਤਾਂ ਕੁਛ ਹੋਇਆ ਨਹੀਂ ਹੈਗਾ ਜੀ। ਆਪਦੀ ਸਰਕਾਰ ਬਣਨ 'ਤੇ ਕਿਵੇਂ ਲੋਕਾਂ ਨੂੰ ਰਾਹਤ ਦੇਵੋਗੇ? ਇਹ ਦੇਖੋ, ਜਿਹੜੇ ਦੋਨੇ ਅਕਾਲੀ ਸੀ, ਭਾਜਪਾ ਸਰਕਾਰ ਸੀ ਜਾਂ ਇਹ ਸੀ, ਅਸਲ ਵਿੱਚ ਇਹ ਅਕਾਲੀ ਭਾਜਪਾ ਸਰਕਾਰਾਂ ਨੇ ਸੀ, ਇਹ ਮਾਫੀਆ ਦੀ ਸਰਕਾਰਾਂ ਸੀਆਂ। ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਸਿਹਤ ਮਾਫੀਆ, ਸਿੱਖਿਆ ਮਾਫੀਆ, ਜਿਵੇਂ ਕੋਈ ਸ਼ਰਾਬ ਮਾਫੀਆ, ਡਰੱਗ ਮਾਫੀਆ, ਜਿੰਨੇ ਮਾਫੀਆ ਸੀ ਇਹਨਾਂ ਦੋਨੇ ਸਰਕਾਰਾਂ ਦੇ ਵਿੱਚ ਵਧੇ ਫੁੱਲੇ ਨੇ ਜੀ। ਅਸੀਂ ਸਰਕਾਰ ਆਊਗੀ ਆਮ ਆਦਮੀ ਪਾਰਟੀ ਦੀ, ਸਾਰਿਆਂ ਨਾਲੋਂ ਪਹਿਲਾਂ ਮਾਫੀਆ ਆਪਣੇ ਆਪ ਹੀ, ਉਹਨੂੰ ਪਤਾ ਹੈ ਮਾਫੀਆ ਨੂੰ ਵੀ ਇਮਾਨਦਾਰ ਲੋਕਾਂ ਦੀ ਸਰਕਾਰ ਆ ਰਹੀ ਹੈ, ਇੱਥੇ ਰਹਿਣੀ ਨਹੀਂ ਕੋਈ।
ਅਸੀਂ ਬਿਲਕੁਲ ਇਸ ਮਾਫੀਆ ਨੂੰ ਤਬਾਹ ਕਰਾਂਗੇ। ਲੋਕਾਂ ਦੇ ਮੁਤਾਬਕ, ਲੋਕਾਂ ਤੋਂ ਪੁੱਛ ਕੇ ਬਜਟ ਬਣਨਗੇ, ਉਹਨਾਂ ਦੇ ਮੁਤਾਬਕ ਕੰਮ ਹੋਣਗੇ। ਅਸੀਂ ਇਹ ਕਿਹਾ ਵੀ ਜੋ ਲੋਕ ਤੁਸੀਂ ਮੂੰਹ 'ਚੋਂ ਬੋਲੋਗੇ ਵੀ ਸਾਨੂੰ ਕੀ ਸਹੂਲਤ ਮਿਲਣੀ ਚਾਹੀਦੀ ਹੈ, ਉਹ ਤੁਹਾਡੀ ਸਹੂਲਤ ਪੂਰੀ ਹੋਊਗੀ। ਸੋ ਬਿਲਕੁਲ ਲੋਕਾਂ ਦਾ ਰਾਜ ਆ ਰਿਹਾ। ਜਿਵੇਂ ਦਿੱਲੀ ਦੇ ਵਿੱਚ ਹਰੇਕ ਨੂੰ ਵਧੀਆ ਫਰੀ ਮੁਫਤ ਸਿੱਖਿਆ ਮਿਲਦੀ ਹੈ, ਟੌਪ ਦੀ ਸਿੱਖਿਆ ਮਿਲਦੀ ਹੈ, ਹਰੇਕ ਨੂੰ ਉੱਥੇ ਦਵਾਈਆਂ ਮਿਲਦੀਆਂ ਨੇ, ਬਿਨਾਂ ਪੈਸਿਆਂ ਤੋਂ ਉੱਥੇ ਆਪਰੇਸ਼ਨ ਹੁੰਦੇ ਨੇ, ਬਿਨਾਂ ਪੈਸਿਆਂ ਤੋਂ ਉੱਥੇ ਟੈਸਟ ਹੁੰਦੇ ਨੇ। ਮੈਂ ਘੱਟੋ ਘੱਟ 50 ਦੇ ਕਰੀਬ ਬੰਦੇ ਮੈਂ ਭੇਜਿਆ ਉੱਥੇ, ਜਿਨ੍ਹਾਂ ਦੀ ਇਲਾਜ ਕਰਾ ਕੇ ਆਏ ਨੇ, ਫਰੀ ਇਲਾਜ ਕਰਾ ਕੇ ਆਏ ਨੇ। ਅਤੇ ਉੱਥੇ ਸਾਰਿਆਂ ਨਾਲੋਂ ਵੱਡੀ ਗੱਲ ਹੈ 35 ਲੱਖ ਲੋਕਾਂ ਨੂੰ ਬਿਜਲੀ ਫਰੀ ਹੋਈ ਹੈ ਜੀ। ਅਸੀਂ ਵੀ ਇੱਥੇ 600 ਯੂਨਿਟ ਬਿਜਲੀ ਮੁਫਤ ਦੇਵਾਂਗੇ, ਹਰੇਕ ਵਰਗ ਨੂੰ ਦੇਵਾਂਗੇ। ਸਾਡੀ ਸਰਕਾਰ ਇੱਕ ਇਹੀ ਜਿਹੀ ਹੈ ਵੀ ਜਿਹੜੀ ਜਨਰਲ ਵਰਗ ਨੂੰ ਵੀ ਸਹੂਲਤ ਦੇਊਗੀ ਅਤੇ ਦਲਿਤ ਵਰਗ ਨੂੰ ਦੇਊਗੀ। 600 ਯੂਨਿਟ ਬਿਜਲੀ ਮਾਫ ਹੈ ਤਾਂ ਹਰੇਕ ਨੂੰ ਹੈ। ਜੇ 1000 ਅਸੀਂ ਕਿਸੇ ਧੀ ਭੈਣ ਨੂੰ ਦੇਵਾਂਗੇ ਜੋ 18 ਸਾਲ ਤੋਂ ਵੱਧ ਹੈ ਤਾਂ ਉਹ ਹਰੇਕ ਵਰਗ ਵਾਸਤੇ ਹੈ। ਜੇਕਰ ਅਸੀਂ ਮੁਫਤ ਪਾਣੀ ਹੈ ਤਾਂ ਹਰੇਕ ਵਰਗ ਵਾਸਤੇ ਮੁਫਤ ਪਾਣੀ ਦੇਣਾ। ਸੋ ਇਸ ਕਰਕੇ ਆਮ ਆਦਮੀ ਪਾਰਟੀ ਆਉਣ ਦੇ ਨਾਲ ਘੱਟੋ ਘੱਟ ਹਰੇਕ ਪਰਿਵਾਰ ਦਾ 1 ਲੱਖ ਤੋਂ ਲੈ ਕੇ 1.5 ਲੱਖ ਰੁਪਈਆ ਹਰ ਸਾਲ ਬਚੂਗਾ। ਇੰਨੀਆਂ ਸਹੂਲਤਾਂ ਅਸੀਂ ਤਰੀਕੇ ਨਾਲ ਦੇਵਾਂਗੇ ਔਰ ਇੱਕ ਵੀ ਪੈਸਾ ਨਾ ਕਰਜ਼ਾ ਲਵਾਂਗੇ ਅਤੇ ਨਾ ਹੀ ਅਸੀਂ ਕੋਈ ਟੈਕਸ ਲਵਾਂਗੇ। ਇਹ ਵੀ ਹੈਗੀ ਹੈ ਕਿਉਂਕਿ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ। ਸਿਰਫ ਕਰਨਾ ਕੀ ਹੈ, ਮਾਫੀਆ ਕੰਟਰੋਲ ਕਰਨਾ ਹੈ, ਜਿਹੜੀ ਲੀਕੇਜ ਹੈ ਉਹ ਬੰਦ ਕਰਨੀ ਹੈ ਅਤੇ ਕਰਪਸ਼ਨ ਬੰਦ ਕਰਨੀ ਹੈ। ਕਿਸੇ ਦਫ਼ਤਰ ਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ, ਕਿਸੇ ਦਾ ਕੋਈ ਰਿਸ਼ਵਤ, ਬਿਲਕੁਲ ਖਤਮ। ਅਸੀਂ ਇਸ ਗੱਲ ਦੀ ਸਖਤੀ ਨਾਲ ਵੀ ਕਾਰਵਾਈ ਕਰਾਂਗੇ। ਐਮਐਲਏ ਸਾਹਿਬ ਜੀ, ਗੱਲ ਕਰ ਲਈਏ ਪੰਜਾਬ ਦੇ ਵਿੱਚ ਨਾ ਅਵਾਰਾ ਪਸ਼ੂਆਂ ਦੀ ਗਿਣਤੀ ਬਹੁਤ ਆ। ਨਿੱਤ ਦਿਨ ਐਕਸੀਡੈਂਟ ਹੋ ਕੇ ਲੋਕ ਕੀਮਤੀ ਜਾਨਾਂ ਜਿਹੜੀਆਂ ਜਾ ਰਹੀਆਂ, ਉਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਊ? ਕਿਵੇਂ ਗਊਸ਼ਾਲਾ ਬਣਾਓਗੇ? ਕੀ ਕਰੋਗੇ ਜੀ? ਕੀ ਪਲੈਨਿੰਗ ਹੈ? ਦੇਖੋ, ਕੋਈ ਵੀ ਸਮੱਸਿਆ ਹੁੰਦੀ ਹੈ ਨਾ ਜੀ, ਉਹ ਚਿਰਸਥਾਈ ਨਹੀਂ ਹੁੰਦੀ। ਹਰੇਕ ਚੀਜ਼ ਦਾ ਹੱਲ ਹੈ, ਹਰੇਕ ਚੀਜ਼ ਦਾ। ਇਹਨਾਂ ਸਰਕਾਰਾਂ ਨੇ ਟੈਕਸ ਇਕੱਠਾ ਕੀਤਾ, ਗਊ ਸੈਸ ਇਕੱਠਾ ਕੀਤਾ ਔਰ ਦਿੱਤਾ ਹੈ ਨਹੀਂ। ਕਮਾਲ ਦੀ ਗੱਲ ਹੈ ਕਿ ਬੁਢਲਾਡੇ ਦੇ ਵਿੱਚ 7 ਲੱਖ ਰੁਪਈਆ ਗਊ ਸੈਸ ਦਾ ਆਇਆ, ਦੇਣਾ ਸੀ, ਪਰੰਤੂ ਕਿ ਇੱਥੋਂ ਦੇ ਜਿਹੜੇ ਅਫਸਰਸ਼ਾਹੀ ਹੈ ਅੱਜ ਤੱਕ ਨਹੀਂ ਉਹਨਾਂ ਪੈਸੇ ਦਿੱਤੇ। ਸਾਰੇ ਲੋਕ ਮਾਨਸਾ ਦੇ ਤੇ ਭਿੱਖੀ ਦੇ ਤੇ, ਪਰੰਤੂ ਬੁਢਲਾਡੇ 'ਚ ਨਹੀਂ ਦਿੱਤੇ। ਸਰਕਾਰ ਦੀ ਕਾਂਗਰਸ ਸਰਕਾਰ ਸੀ, ਕਾਂਗਰਸ ਨੇ ਜਾਰੀ ਕੀਤਾ। ਇਹਨਾਂ ਦੇ ਆਪਣੇ ਅਫਸਰਾਂ ਦੀ ਕੋਈ ਕੰਟਰੋਲ ਨਹੀਂ, ਕਿਉਂਕਿ ਪਤਾ ਨਹੀਂ ਕੀ ਗੱਲ ਹੈ। ਕਿਸੇ ਅਫਸਰ ਨੂੰ ਡਰ ਨਹੀਂ ਹੈਗਾ ਕਿ ਮੈਂ ਲੋਕਾਂ ਦਾ ਕੰਮ ਹੈ, ਲੋਕਾਂ ਦੇ ਵਾਸਤੇ ਕੰਮ ਕਰਾਂ। ਆਪਣੀ ਮਨ ਮਰਜ਼ੀ ਨਾਲ ਤੇ ਇਹ ਕੰਮ ਸ਼ੁਰੂ ਹੋ ਰਿਹਾ ਹੈ। ਸੋ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਊਗੀ, ਅਸੀਂ ਜਿਸ ਤਰ੍ਹਾਂ ਲੋਕ ਕਹਿਣਗੇ, ਕਿਉਂਕਿ ਸਾਡੀ ਸਰਕਾਰ ਇੱਕ ਸਰਵੇ ਕਰਦੀ ਹੈ, ਅਸੀਂ ਲੋਕਾਂ ਦੀ ਭਾਵਨਾਵਾਂ ਸਮਝਦੇ ਵੀ ਲੋਕ ਚਾਹੁੰਦੇ ਕੀ ਨੇ, ਕਿਸ ਤਰ੍ਹਾਂ ਕਰਨਾ ਚਾਹੁੰਦਾ ਹੈ। ਜਿਵੇਂ ਲੋਕ ਚਾਹੁਣਗੇ ਅਸੀਂ ਮਸਲਾ ਹੱਲ ਕਰਾਂਗੇ। ਕਲੀਅਰ ਹੈ, ਕੋਈ ਪ੍ਰੋਬਲਮ ਨਹੀਂ। ਐਮਐਲਏ ਸਾਹਿਬ, ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਖੇਤੀ ਪ੍ਰਧਾਨ ਸੂਬਾ, ਪਰ ਸਾਡਾ ਜਿਹੜਾ ਕਿਸਾਨ ਆ ਕਰਜ਼ੇ ਦੇ ਬੋਝ ਥੱਲੇ ਦਬਿਆ ਹੋਇਆ ਹੈਗਾ, ਉਹਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਕੀ ਪਲੈਨਿੰਗ ਹੈ? ਦੇਖੋ, ਕਿਸਾਨ ਸਾਡੇ ਪੰਜਾਬ ਦਾ ਜਿਹੜਾ ਕਿਸਾਨ ਹੈ ਨਾ ਜੀ, ਉਹ ਕਰਜ਼ੇ ਦੇ ਜੇ ਬੋਝ ਥੱਲੇ ਦਬਿਆ ਨਾ, ਉਹਦੇ ਵਿੱਚ ਕਿਸਾਨ ਦਾ ਕਸੂਰ ਘੱਟ ਹੈ। ਕਿਸਾਨ ਵਿਰੋਧੀ ਨੀਤੀਆਂ ਜੋ ਅਕਾਲੀ ਭਾਜਪਾ ਨੇ ਅਤੇ ਕਾਂਗਰਸ ਨੇ ਕੀਤੀਆਂ ਉਹ ਘੱਟ ਨੇ। ਤੁਸੀਂ ਹੋਰ ਦੇਖੋ, ਇੱਕ ਛੋਟੀ ਉਦਾਹਰਨ ਹੈ, ਜਿਹੜਾ ਸੂਬਾ ਖੇਤੀ ਪ੍ਰਧਾਨ ਸੂਬਾ ਹੋਵੇ ਜੀ, ਸਾਡੇ ਬੁਢਲਾਡੇ ਜੀ ਲਾ ਲਓ, ਖੇਤੀਬਾੜੀ ਦਾ ਦਫ਼ਤਰ ਹੀ ਹੈ ਨਹੀਂ। ਯਾਰ ਖੇਤੀ ਪ੍ਰਧਾਨ ਸੂਬਾ ਹੈ, ਖੇਤੀਬਾੜੀ ਦਫ਼ਤਰ ਨਾ ਹੋਵੇ। ਮਾਨਸਾ ਦਫ਼ਤਰ ਹੈ ਨਹੀਂ, ਸਰੂਗੜ੍ਹ ਦਫ਼ਤਰ ਹੈ ਨਹੀਂ। ਔਰ ਦੂਜੀ ਗੱਲ, ਇੱਕ ਜਦੋਂ ਅਸੀਂ ਅੱਜ ਤੋਂ 20-30 ਸਾਲ ਪਹਿਲਾਂ ਵੇਖਦੇ ਵੀ ਖੇਤੀਬਾੜੀ ਵਿਕਾਸ ਅਫਸਰ ਹੁੰਦੇ, ਖੇਤੀਬਾੜੀ ਡਿਵੈਲਪਮੈਂਟ ਅਫਸਰ ਹੁੰਦੇ, ਲੋਕ ਜਿਹੜੇ BSc ਐਗਰੀਕਲਚਰ ਸੀ, MSc ਐਗਰੀਕਲਚਰ ਸੀ, ਉਹ ਜੁਆਇਨ ਕਰਦੇ, ਉਹ ਵੱਟ ਫਿਰਦੇ, ਕਿਸੇ ਨੂੰ ਕੀ ਸਪਰੇਅ ਹੁੰਦੀ ਹੈ, ਕਿਹੋ ਜਿਹਾ ਬੀਜ ਪਾਉਣਾ ਹੈ, ਉਹਦੇ ਮਿੱਟੀ ਟੈਸਟਿੰਗ ਕਰਦੇ, ਪਾਣੀ ਟੈਸਟ ਕਰਦੇ। ਪਰੰਤੂ ਅੱਜ 29 ਪੋਸਟਾਂ ਨੇ ਸਾਡੇ ਜ਼ਿਲ੍ਹੇ 'ਚ, 27 ਖਾਲੀ ਪਈਆਂ ਨੇ। ਯਾਰ ਤੁਸੀਂ ਘੱਟੋ ਘੱਟ ਜਿਹੜੇ ਐਗਰੀਕਲਚਰ ਸੰਬੰਧੀ ਕੋਈ ਅਫਸਰ ਲਾਉਣੇ ਹੈ ਉਹ ਤਾਂ ਪੂਰੇ ਲਾਓ। ਔਰ ਵੱਡੀ ਗੱਲ, ਜਦੋਂ ਅੱਜ ਤੋਂ 20 ਸਾਲ ਪਹਿਲਾਂ 108 ਖੋਜ ਕੇਂਦਰ ਸੀ, ਜਿੱਥੇ ਅਸੀਂ ਨਰਮਾ ਕੋਈ ਫਸਲ ਬੀਜਦੇ, ਉਹਦਾ ਬੀਜ ਤਿਆਰ ਕਰਦੇ, ਟੈਸਟ ਕਰਦੇ, ਸਿਰਫ 8 ਰਹਿ ਗਏ ਜੀ। ਸਾਰੇ 2-2 10 ਕਿੱਲੇ, 20 ਕਿੱਲੇ, 100 ਕਿੱਲਿਆਂ ਦੇ ਜਿਹੜੇ ਫਾਰਮ ਸੀ ਇਹਨਾਂ ਨੇ ਵੇਚਤੇ। ਖੇਤੀਬਾੜੀ ਯੂਨੀਵਰਸਿਟੀ, ਉਹ ਯੂਨੀਵਰਸਿਟੀ ਹੈ 1964-66 ਦੇ ਵਿੱਚ ਜਿਹੜੀ ਕ੍ਰਾਂਤੀ ਆਈ ਹੈ, ਹਰੀ ਕ੍ਰਾਂਤੀ, ਉਹਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹ ਅਮਰੀਕਾ ਦੀ ਇੱਕ ਖੇਤੀਬਾੜੀ ਯੂਨੀਵਰਸਿਟੀ ਦੇ ਮੁਕਾਬਲੇ ਬਣਾਈ ਗਈ ਸੀ। ਅੱਜ 55% ਪੋਸਟਾਂ ਖਾਲੀ ਪਈਆਂ ਨੇ। ਉੱਥੇ ਖੋਜ ਕਰਨ ਲਈ ਕੋਈ ਪੈਸਾ ਨਹੀਂ ਆ ਰਿਹਾ। ਯਾਰ ਪ੍ਰੋਫੈਸਰ ਹੀ ਹੈ ਨਹੀਂ, ਕਮਾਲ ਦੀ ਗੱਲ ਹੈ। 400 ਕਰੋੜ ਦੇ ਘਾਟੇ ਦੇ ਪੰਜਾਬੀ ਯੂਨੀਵਰਸਿਟੀ ਹੈ ਔਰ 500-600 ਕਰੋੜ ਦੇ ਘਾਟੇ ਦੇ ਖੇਤੀਬਾੜੀ ਯੂਨੀਵਰਸਿਟੀ ਹੈ। ਸੋ ਕਿੱਥੋਂ ਰੇਹਾਂ ਸਪਰੇਹਾਂ ਜਾਂ ਵਾਸਤੇ ਜਾਂ ਹੋਰ ਵਾਸਤੇ ਸ਼ੁੱਧ ਚੀਜ਼ਾਂ ਵਾਸਤੇ ਕਿਸ ਤਰ੍ਹਾਂ ਕਿਸਾਨ ਨੇ ਆਪਣੀ ਆਮਦਨ ਵਧਾਉਣੀ ਹੈ, ਉਹਦੇ ਵਾਸਤੇ ਸਰਕਾਰ ਕੋਲ ਕੋਈ ਏਜੰਡਾ ਹੈ ਨਹੀਂ। ਤਾਂ ਹੀ ਉਹ ਜਦੋਂ ਏਜੰਡਾ ਹੈ ਨਹੀਂ ਤਾਂ ਕਿਸਾਨ ਆਪਣੀ ਮਨਮਰਜ਼ੀ ਨਾਲ ਕੰਮ ਕਰਦੇ ਨੇ। ਉਹ ਮਹਿੰਗੇ ਭਾਅ ਦੇ ਬੀਜ ਖਰੀਦਦੇ ਨੇ, ਮਹਿੰਗੇ ਭਾਅ ਦੇ ਸਪਰੇਆਂ ਖਰੀਦਦੇ ਨੇ, ਮਾੜੀਆਂ ਸਪਰੇਆਂ ਆ ਜਾਂਦੀਆਂ ਨੇ। ਇਹਨਾਂ ਦੇ ਲੋਕ ਸਪਰੇਅ ਕੰਪਨੀਆਂ ਤੋਂ ਪੈਸੇ ਲੈ ਕੇ ਖਾਂਦੇ ਨੇ। ਤੇ ਤੋਤਾ ਸਿੰਘ ਦਾ ਕੇਸ ਵੇਖੀ ਹੈ, ਤੋਤਾ ਸਿੰਘ ਵੇਲੇ ਕੋਈ ਬੰਦਾ ਅਫਸਰ ਫਸ ਗਏ ਸੀ, ਉਹ ਪੈਸੇ ਦੇਣ ਜਾ ਰਹੇ ਸੀ,
ਐਤਕੀ ਫੇਰ ਗੁਲਾਬੀ ਸੁੰਡੀ ਦਾ ਹੋ ਗਿਆ ਮਤਲਬ ਹਮਲਾ। ਯਾਰ ਜਿੱਦੇ ਹਮਲਾ ਹੋ ਗਿਆ ਵਿਦਨ 50 ਡੇਜ਼ 15 ਦਿਨਾਂ ਦੇ ਵਿੱਚ ਉਹਨੂੰ ਮੁਆਵਜ਼ਾ ਦਿਓ। ਦਿੱਲੀ ਸਰਕਾਰ ਨੇ ਜੇ ਕੋਈ ਖਰਾਬੀ ਹੁੰਦੀ ਹੈ ਤਾਂ 20,000 ਰੁਪਈਆ ਪ੍ਰਤੀ ਏਕੜ ਦਿੰਦੇ ਨੇ, ਔਰ 15 ਦਿਨਾਂ ਦੇ ਵਿੱਚ ਵੀ ਦਿੰਦੇ ਨੇ। ਪਰੰਤੂ ਇਹਨਾਂ ਤਾਂ ਕੋਈ ਸੋਚੇ ਨਹੀਂ। ਅੱਜ ਤੱਕ ਪਿੰਡਾਂ ਦੇ ਅੱਧੇ ਮੈਂ ਜਾਂਦਾ ਪਿੰਡਾਂ ਦੇ ਵਿੱਚ 50% ਪਿੰਡਾਂ ਦੇ ਵਿੱਚ ਅਜੇ ਤੱਕ ਪੈਸਾ ਜਾਰੀ ਨਹੀਂ ਕੀਤਾ। ਜਿਹਨਾਂ ਨਰਮਾ ਚੁਗਣਾ ਸੀਗਾ, ਜਿਹਨਾਂ ਨੇ ਗਰੀਬਾਂ ਨੇ ਕੋਈ ਪੈਸਾ ਜਾਰੀ ਨਹੀਂ ਕੀਤਾ। ਇਸ ਕਰਕੇ ਲੋਕਾਂ ਦੇ ਕਿਸਾਨ ਕਰਜ਼ੇ 'ਚ ਆਉਂਦੇ ਨੇ। ਜੋ ਅਸੀਂ ਕਿਸਾਨ ਪੱਖੀ ਨੀਤੀਆਂ ਬਣਾਵਾਂਗੇ, ਵਧੀਆ ਬੀਜ ਸਪਰੇਅ ਉਹਨਾਂ ਨੂੰ ਦੇਵਾਂਗੇ ਤਾਂ ਜੋ ਉਹਨਾਂ ਦੀ ਆਮਦਨ ਵਧੇ ਔਰ ਉਹ ਕਰਜ਼ਾ ਉਹਨਾਂ ਦਾ ਉਤਾਰਨਯੋਗ ਹੋ ਸਕਣ। ਆਪਾਂ ਸਰਕਾਰੀ ਪੋਸਟਾਂ ਦੀ ਗੱਲ ਕੀਤੀ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਸਰਕਾਰੀ ਕਾਲਜ ਹੈ ਜਿਹਦੇ ਵਿੱਚ ਮੇਰੇ ਖਿਆਲ ਮੁਤਾਬਕ 28 ਜਾਂ 30 ਸਰਕਾਰੀ ਰੈਗੂਲਰ ਪੋਸਟਾਂ ਨਹੀਂ ਆ, ਅਤੇ ਪਰ ਇੱਕੋ ਹੀ ਜਿਹੜਾ ਪ੍ਰੋਫੈਸਰ ਉਹ 'ਚ ਜਿਹੜਾ ਰੈਗੂਲਰ ਹੈ, ਬਾਕੀ ਦੇ ਜਿਹੜੇ ਆਰਜੀ ਕੰਮ ਕਰਦੇ ਨੇ ਉਹਨਾਂ ਲਈ ਸਰਕਾਰ ਆਉਣ 'ਤੇ ਨਹੀਂ ਮੈਂ ਇਹ ਵਿਧਾਨ ਸਭਾ 'ਚ ਰੱਖ ਬੋਲਿਆ। ਹੁਣ ਇੱਕ ਵੀ ਹੈ ਨਹੀਂ, 26 ਪੋਸਟਾਂ ਨੇ ਜੀ। ਇਹ ਸਿਰਫ ਇੱਕ ਨਹਿਰੂ ਮੈਮੋਰੀਅਲ ਕਾਲਜ ਹੈ। 26 ਪੋਸਟਾਂ ਨੇ। ਅੱਜ ਜਿਹੜਾ ਹੈਗਾ ਸੀ ਉਹ ਵੀ ਰਿਟਾਇਰ ਹੋ ਗਿਆ। 26 ਦੀ 26 ਖਾਲੀ ਪਈਆਂ ਨੇ। ਮੈਂ ਵਿਧਾਨ ਸਭਾ 'ਚ ਬੋਲਿਆ ਵੀ ਤੁਸੀਂ ਉਹਦੇ ਥਾਂ 'ਤੇ ਰੱਖੇ ਨੇ ਗੈਸਟ ਫੈਕਲਟੀ, 1100 ਦੀ ਗੈਸਟ ਫੈਕਲਟੀ ਨੇ, ਕੰਟਰੈਕਟ ਬੇਸ 'ਤੇ ਹੈਗੇ ਨੇ। ਤੁਸੀਂ ਉਹਨਾਂ ਨੂੰ 21,600 ਰੁਪਏ ਤਨਖਾਹ ਦਿੰਦੇ ਜੀ, ਜਿਹਦੇ ਵਿੱਚੋਂ 10,000 ਰੁਪਏ ਦਿੰਦੇ ਨੇ ਪੀਟੀਏ ਫੰਡ 'ਚੋਂ ਅਤੇ 11,600 ਦਿੰਦੇ ਨੇ ਉਹ ਖਜ਼ਾਨੇ 'ਚੋਂ। ਔਰ ਪੀਟੀਏ ਫੰਡ ਟੀਚਰਾਂ ਵੱਲੋਂ ਮਾਪਿਆਂ ਨਾਲ ਇਕੱਠਾ ਕੀਤਾ ਹੁੰਦਾ। ਮੈਂ ਵਿਧਾਨ ਸਭਾ 'ਚ ਬੋਲਿਆ ਵੀ ਜੇਕਰ ਮਾਪਿਆਂ ਨੇ ਹੀ ਇਕੱਠੇ ਕਰਕੇ ਟੀਚਰ ਰੱਖਣੇ ਨੇ ਫਿਰ ਸਰਕਾਰ ਕਾਹਦੇ ਵਾਸਤੇ ਹੈ? ਜੇ ਬਾਗਡੋਰੀ ਲੋਕ ਤੁਹਾਨੂੰ ਦੇ ਦਿੰਦੇ ਨੇ ਫਿਰ ਕਿਵੇਂ ਕਰੋਗੇ ਜੀ? ਬਿਲਕੁਲ ਰੈਗੂਲਰ ਭਰਤੀ। ਪ੍ਰੋਫੈਸਰਾਂ ਦੀ ਜਿਹੜੀ ਅੱਜ ਗੈਸਟ ਫੈਕਲਟੀ ਨੇ ਸਾਰਿਆਂ ਨੂੰ ਰੈਗੂਲਰ ਕਰਾਂਗੇ ਔਰ ਨਵੇਂ ਜਿਹੜੇ ਹੈਗੇ ਨੇ ਪ੍ਰੋਫੈਸਰ ਹੋਰ ਭਰਤੀ ਕਰਾਂਗੇ। ਬਿਲਕੁਲ ਜਿੰਨਾ ਯਾਰ ਜਦੋਂ ਤੁਸੀਂ ਇੱਕ ਨੇਸ਼ਨ ਹੈ, ਨੇਸ਼ਨ ਨੂੰ ਤੁਸੀਂ ਵਧੀਆ ਸਿੱਖਿਆ ਦੇ ਸਕਦੇ। ਇੱਕ ਸਮਾਂ ਹੁੰਦਾ ਪੜ੍ਹਨ ਦਾ ਜੀ, ਤੁਸੀਂ 24 ਤੋਂ 24 ਸਾਲ ਤੱਕ, ਜੇ ਉਹ 24 ਸਾਲ ਟੱਪ ਗਏ ਤੁਸੀਂ ਉਸ ਤੋਂ ਬਾਅਦ ਕਾਲਜ ਕੀ ਕਰਨ ਜਾਓਗੇ? ਅੱਜ ਇਹਨਾਂ ਨੇ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਅਤੇ 5 ਸਾਲ ਇਹਨਾਂ ਨੇ ਇੱਕ ਪੰਜਾਬ ਦੀ ਪੂਰੀ ਨੇਸ਼ਨ ਤਬਾਹ ਕਰਤੀ। ਉਹਨਾਂ ਨੂੰ ਮਤਲਬ ਜੇ ਵਿੱਦਿਆ ਤੋਂ ਵਾਂਝੇ ਕਰਤਾ, ਉਹਨਾਂ ਨੂੰ ਬੌਧਿਕ ਤੌਰ 'ਤੇ ਨੀਵੇਂ ਕਰਤਾ। ਇਹ ਸਾਰਿਆਂ ਨਾਲੋਂ ਵੱਡਾ ਨੁਕਸਾਨ ਇਹਨਾਂ ਨੇ ਇੱਕ ਕੀਤਾ, ਲੋਕ ਸਮਝ ਚੁੱਕੇ ਨੇ। ਸੋ ਆਮ ਆਦਮੀ ਪਾਰਟੀ ਆਉਣ ਦੇ ਨਾਲ ਬਿਲਕੁਲ ਸਕੂਲਾਂ ਦੀਆਂ ਪੋਸਟਾਂ, ਕਾਲਜਾਂ ਦੀ ਪੋਸਟਾਂ, ਯੂਨੀਵਰਸਿਟੀ ਨੂੰ ਅਸੀਂ ਕਰਜ਼ੇ ਸ਼ੁਰੂ ਕੱਢਾਂਗੇ, ਖੇਤੀਬਾੜੀ ਯੂਨੀਵਰਸਿਟੀ ਨੂੰ ਅਸੀਂ ਪੈਰਾ ਸਰਕਾਰ ਕਰਾਂਗੇ। ਇਹ ਬਿਲਕੁਲ ਅਸੀਂ ਏਜੰਡਾ ਤੈਅ ਕਰ ਚੁੱਕੇ ਹਾਂ। ਬੁਢਲਾਡਾ ਹਲਕੇ ਨੂੰ ਪਹਿਲਾਂ ਪਛੜਿਆ ਇਲਾਕਾ ਕਿਹਾ ਜਾਂਦਾ ਸੀਗਾ। ਇਸ ਵਾਰ ਜਿਹੜੇ ਸਿਆਸੀ ਪਾਰਟੀਆਂ ਨੇ, ਤੁਸੀਂ ਤੁਹਾਡੀ ਗੱਲ ਕਰ ਲਈਏ ਜਾਂ ਕਾਂਗਰਸ ਕੈਂਡੀਡੇਟ ਦੀ ਕਰ ਲਈਏ, ਜਿਹੜੇ ਉਮੀਦਵਾਰ ਚੋਣ ਅਖਾੜੇ 'ਚ ਉਤਾਰੇ ਨੇ, ਬੜੇ ਉਹਨਾਂ ਦੀ ਕੁਆਲੀਫਿਕੇਸ਼ਨ ਹਾਈ ਪਾਈ ਹੈ। ਉਹ ਕੁੜੀ ਜਿਹੜੀ ਉਹ ਵੀ PhD ਹੈ, ਤੁਸੀਂ ਵੀ ਜਿਹੜੀ ਕੁਆਲੀਫਿਕੇਸ਼ਨ ਤੁਹਾਡੀ ਵੀ ਹਾਈ ਪਾਈ ਹੈ। ਭੋਲਾ ਸਿੰਘ ਨੇ ਜਿਹੜੇ ਉਹ ਵੀ ਨੇਗੇ, ਅਤੇ ਕੀ ਲੋਕ ਹੁਣ ਵਿੱਦਿਆ ਦੇਖ ਕੇ ਚੋਣ ਕਰਨਗੇ? ਅੱਛੀ ਗੱਲ ਹੈ ਜੀ। ਚਲੋ ਮੈਂ ਐਜੂਕੇਟਡ ਬੰਦੇ ਨੂੰ ਉਹਨਾਂ ਨੇ ਟਿਕਟ ਦਿੱਤੀ ਤਾਂ ਇੱਕ ਤੈਅ ਕਰਤਾ ਵੀ ਇਹ ਐਜੂਕੇਟਡ ਮੁਕਾਬਲੇ ਐਜੂਕੇਟਡ ਹੋਣਾ ਚਾਹੀਦਾ। ਇਹ ਵੀ ਆਮ ਆਦਮੀ ਪਾਰਟੀ ਨੇ ਤੈਅ ਕੀਤਾ। ਸੋ ਇਸ ਕਰਕੇ ਲੋਕ ਹੁਣ ਸਮਝ ਚੁੱਕੇ ਨੇ। ਹੁਣ ਨਵਾਂ ਜਿਹੜਾ ਆਈਡੀਆ ਸਥਾਪਿਤ ਹੋ ਚੁੱਕਿਆ ਵੀ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲਿਆਉਂਗੇ। ਅੱਛੀ ਗੱਲ ਹੈ। ਸੋ ਪੜ੍ਹੇ ਲਿਖੇ ਲੋਕ ਆਉਣਗੇ ਤਾਂ ਕੁਦਰਤੀ ਗੱਲ ਹੈ ਬੋਲਣਗੇ। ਮੈਂ ਤੁਹਾਨੂੰ ਦੱਸਿਆ ਵੀ ਮੈਂ 5 ਸਾਲ ਇਮਾਨਦਾਰ ਨਾਲ ਕੰਮ ਕੀਤਾ। ਲੋਕ ਲੀਡਰਾਂ ਨੂੰ ਕਹਿੰਦੇ ਨੇ ਵੀ ਲੀਡਰ ਕਮਾਉਂਦੇ ਨੇ। ਇੱਕ ਪਾਸੇ ਤਾਂ ਉਹ ਲੀਡਰ ਨੇ ਅਕਾਲੀ ਕਾਂਗਰਸ ਵਾਲੇ ਜਿਹੜੇ ਆਪਣੇ ਢਿੱਡ ਭਰਦੇ ਆ, ਇੱਕ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਅਸੀਂ ਹਾਂ। ਮੈਂ 100% ਥੋੜ੍ਹੀ ਚੈਨਲ ਰਾਹੀਂ ਕਹਿਣਾ ਵੀ ਮੇਰੇ 'ਤੇ ਇੱਕ ਪੈਸਾ ਵੀ ਸੁੱਧ ਕਰੇ ਕੋਈ, ਮੈਂ ਗੁਰਦੁਆਰਾ ਚੜੂੰਗਾ। ਅਸੀਂ ਬਿਲਕੁਲ, ਸਾਡੀ ਪਾਰਟੀ ਇਮਾਨਦਾਰ ਹੈ, ਸਾਡਾ ਮੁੱਖ ਮੰਤਰੀ ਦਾ ਜਿਹੜਾ ਉਮੀਦਵਾਰ ਉਹ ਇਮਾਨਦਾਰ ਹੈ, ਕੇਜਰੀਵਾਲ ਸਾਡਾ ਇਮਾਨਦਾਰ ਹੈ। ਜਿੰਨਾ ਚਿਰ ਤੁਹਾਡਾ ਮੁੱਖ ਮੰਤਰੀ ਜਾਂ ਤੁਹਾਡੇ MP ਜਿੰਨੇ ਕਿ ਤੁਹਾਡੇ MLA ਇਮਾਨਦਾਰ ਨਹੀਂ ਬਣਦੇ, ਉਹਨਾਂ ਚਿਰ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ। ਇਹ ਸਿਰਫ ਜੇ ਇਮਾਨਦਾਰ ਕੋਈ ਚੀਜ਼ ਪੋਲੀਟੀਕਲ ਸਿਸਟਮ ਆ ਸਕਦਾ ਹੈ, ਉਹ ਆਮ ਆਦਮੀ ਪਾਰਟੀ ਦੇ ਜ਼ਰੀਏ ਹੀ ਆ ਸਕਦਾ ਹੈ। MLA ਸਾਹਿਬ, ਜੇ ਆਪਾਂ ਗੱਲ ਕਰ ਲਈ, ਜਿਹੜੇ ਪਿਛਲੇ 60-70 ਸਾਲਾਂ ਤੋਂ ਪਾਰਟੀਆਂ ਰਾਜ ਕਰਦੀਆਂ, ਜਦੋਂ ਉਹਨਾਂ ਦਾ ਰਾਜ ਆ ਜਾਂਦਾ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਚੱਲਦੀ ਰਹਿੰਦੀ ਹੈ ਵੀ ਉਹਨੇ ਗਵਰਨ ਕਰਤਾ, ਉਹਨੇ ਗਵਰਨ ਕਰਤਾ। ਜੇ ਤੁਹਾਡੇ ਹੱਥ 'ਚ ਬਾਗਡੋਰ ਆਮ ਆਦਮੀ ਪਾਰਟੀ ਦੇ ਹੱਥ 'ਚ ਆਉਂਦੀ ਹੈ, ਤਾਂ ਕੀ ਉਹਨਾਂ ਮਾਮਲਿਆਂ ਦੀ ਜਾਂਚ ਹੋ ਕੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ? ਲੋਕ ਮੰਗ ਕਰਦੇ ਆ, ਅਸੀਂ ਕੋਸ਼ਿਸ਼ ਕਰਾਂਗੇ। ਜਿੱਥੇ ਲੋਕਾਂ ਦਾ ਦੇਖੋ ਜਿਹੜਾ ਪੈਸਾ ਨਾ ਜੀ, ਇਹ ਕਿਸੇ ਪਿਓ ਦਾ ਨਹੀਂ ਹੈਗਾ। ਪੈਸਾ ਲੋਕਾਂ ਦੇ ਉੱਤੇ ਟੈਕਸਾਂ ਦਾ, ਤੁਸੀਂ ਵੀ ਟੈਕਸ ਦਿੰਦੇ ਹੋ, ਮੈਂ ਵੀ ਟੈਕਸ ਦਿੰਦਾ। ਜੋ ਸਵੇਰੇ ਅਸੀਂ ਖੜ੍ਹੇ ਹੁੰਦੇ ਹਾਂ, ਸਾਡੀ ਘਰ ਵਾਲੀ ਲਾ ਲਓ, ਸਾਡੀ ਭੈਣ ਲਾ ਲਓ, ਸਾਡੀ ਮਾਤਾ ਲਾ ਲਓ, ਉਹ ਲੈਟਰ ਚਲਾਉਂਦੀ ਹੈ ਤਾਂ ਲੈਟਰ ਤੋਂ ਸ਼ੁਰੂ ਹੋ ਜਾਂਦਾ ਟੈਕਸ ਦੇਣਾ। ਗੈਸ ਲੱਗਦੀ ਹੈ, ਚਾਹ ਲੱਗਦੀ ਹੈ, ਖੰਡ ਲੱਗਦੀ ਹੈ, ਗੁੜ, ਹਲਦੀ, ਮਸਾਲਾ, ਸਭ ਕੁਛ ਲੱਗਦਾ। ਸ਼ਾਮ ਤੱਕ ਸਾਰਾ ਟੈਕਸ ਖਜ਼ਾਨੇ 'ਚ ਜਾਂਦਾ ਜੀ। ਉਹ ਟੈਕਸਾਂ ਦਾ ਪੈਸਾ ਹੈ, ਇਹ ਹੜੱਪ ਕਰਕੇ ਜਾਂਦੇ ਨੇ ਹਰੇਕ ਥਾਂ ਦੇ ਉੱਤੇ। ਮਤਲਬ ਇਹ ਨਾ ਜਿਹੜੀ ਹਰੇਕ ਇੱਟ ਹੈ ਉਹ ਟੇਢੀ ਲਾ ਰਹੇ ਨੇ। ਆਮ ਆਦਮੀ ਪਾਰਟੀ ਆਊਗੀ, ਤੁਹਾਨੂੰ ਹਰੇਕ ਮਕਸਦ ਜਿਹੜਾ ਕੋਈ ਉਸਾਰੀ ਹੋਊਗੀ, ਸੜਕਾਂ ਦੀ ਲਾ ਲਓ, ਇਮਾਰਤਾਂ ਦੀ ਲਾ ਲਓ, ਬਿਲਕੁਲ ਇੱਕ ਨੰਬਰ ਦਾ ਸੀਮੈਂਟ ਜੋ ਚਾਹੀਦਾ ਉਹ ਲੱਗੂਗਾ। ਅੱਜ ਤਾਂ ਬੁਰਾ ਹਾਲ ਹੈ। ਮੈਂ ਇੱਥੇ ਜੱਚਾ ਬੱਚਾ ਕੇਂਦਰ ਬਣ ਰਿਹਾ ਸੀ, ਮੈਂ ਛਾਪਾ ਮਾਰਿਆ ਉੱਤੇ ਕਿਉਂਕਿ ਪਹਿਲੀ ਇੱਟਾਂ ਲੱਗ ਰਹੀਆਂ। ਮੈਂ ਉੱਤੇ ਫੋਨ ਕੀਤਾ ਸੈਕਟਰੀਏਟ ਨੂੰ, ਉਦੋਂ ਹੁੰਦਾ ਸੀਗਾ ਆਪਣਾ ਹੁਸਨ ਲਾਲ ਜੀ, ਠੀਕ ਹੈ, ਇੱਟਾਂ ਪੱਕੀਆਂ ਲੱਗਣ ਲੱਗ ਗਈਆਂ ਪਰ ਐਕਸ਼ਨ ਨਹੀਂ ਹੋਇਆ। ਮੇਰੇ ਦਫ਼ਤਰ ਦੇ ਸਾਹਮਣੇ ਇੰਟਰਲਾਕ ਟਾਇਲ ਲੱਗੀ,
ਕੱਕੇ ਰੇਤੇ ਦੇ ਵਿੱਚ ਸਿਮੈਂਟ ਪਾਈ ਜਾਣਾ। ਮੈਂ ਵੀਡੀਓ ਬਣਾਈ, SDM ਸੇਤੀਆ ਸਾਹਿਬ ਕਹਿੰਦੇ ਸੀ ਇਮਾਨਦਾਰ ਹੈ, ਮੈਨੂੰ ਭੇਜੀ, ਈਓ ਨੂੰ ਭੇਜੀ, ਉਹਨਾਂ ਨੇ ਕਿਸੇ ਈਓ ਨੂੰ ਕਿਸੇ JE ਨੂੰ ਪੁੱਛਿਆ ਤੱਕ ਨਹੀਂ ਵੀ ਕਿਉਂ ਲੱਗ ਰਹੀ ਹੈ। ਇਹਦਾ ਮਤਲਬ ਕੀ ਹੈ? ਕਲੀਅਰ ਹੈ, ਇਹਦਾ ਮਤਲਬ ਤੁਹਾਡੀ ਸੈਟਿੰਗ ਹੈ। ਸੋ ਆਮ ਆਦਮੀ ਪਾਰਟੀ ਸੈਟਿੰਗ ਨਹੀਂ ਕਰੂਗੀ ਬਿਲਕੁਲ ਪਿਓਰ। ਜੇ ਸੜਕ ਬਣੂਗੀ ਨਾ ਫਿਰ 600 ਸੜਕ ਟੁੱਟਣੀ ਨਹੀਂ, ਕਿਉਂਕਿ ਅਸੀਂ ਕਿਸੇ ਠੇਕੇਦਾਰ ਤੋਂ ਜਾਂ ਕਿਸੇ ਹੋਰ ਤੋਂ ਸਵਾਲ ਨਹੀਂ ਪੈਦਾ ਹੁੰਦਾ ਜਿਵੇਂ ਇਹ ਕਰਦੇ ਨੇ, ਅਸੀਂ ਕਿਸੇ ਨੂੰ ਬਗਾਰ ਪਾਉਂਦੇ ਨਹੀਂ। ਇੱਕ ਨਾ ਜੀ ਰੁਝਾਨ ਜਿਹਾ ਬਣ ਗਿਆ, ਜਿਹੜੀ ਪਾਰਟੀ ਸੱਤਾ 'ਚ ਆ ਜਾਂਦੀ ਹੈ, ਜਿਹੜੇ ਕਰਪਸ਼ਨ ਕਰਨ ਵਾਲੇ ਲੋਕ ਆ ਉਹਦੇ 'ਚ ਸ਼ਾਮਲ ਹੋਣੇ ਸ਼ੁਰੂ ਹੋ ਜਾਂਦੇ ਆ ਵੀ ਇਹੋ ਜਿਹੇ ਲੋਕਾਂ ਨੂੰ ਤਾਂ ਨਹੀਂ ਸ਼ਾਮਲ ਕਰਦੀ ਆਪ ਕਿਤੇ। ਦੇਖੋ ਗੱਲ ਇੱਕ ਹੈ, ਇਹ ਮੈਨੇਜ ਨੋਨ ਬਾਈ ਹਿਜ ਕੰਪਨੀ ਹੀ ਕੀਪਸ। ਆਦਮੀ ਸੰਗਤ ਤੋਂ ਪਛਾਣਿਆ ਜਾਂਦਾ ਹੈ। ਕਈ ਵਾਰੀ ਸੰਗਤ ਅੱਛੇ ਬੰਦੇ ਦੀ ਹੋ ਜੇ, ਮਾੜਾ ਬੰਦਾ ਵੀ ਅੱਛਾ ਹੋ ਜਾਂਦਾ ਹੈ। ਜੇ ਚੰਗੇ ਬੰਦੇ ਕਿਸੇ ਮਾੜੇ ਬੰਦੇ 'ਚ ਬੈਠਣ ਲੱਗ ਜਾਣ, ਉਹ ਮਾੜੇ ਹੋ ਜਾਂਦੇ ਹੈ। ਸਾਡੀ ਪਾਰਟੀ 'ਚ ਜੇ ਕੋਈ ਆਊਗਾ ਨਾ ਤਾਂ ਕਲੀਨ ਹੋ ਕੇ ਆਊਗਾ, ਫਿਰ ਉਦੋਂ ਮੁੜ ਕਰਦਾ ਨਹੀਂ ਕੁਛ। ਜੇ ਕਰੂਗਾ ਨਾਲ ਦੇ ਨਾਲ ਸ਼ੈਂਟ ਆਊਟ ਕਰ ਦਾਂਗੇ ਅਸੀਂ। ਕੇਜਰੀਵਾਲ ਬਖਸ਼ਦਾ ਨਹੀਂ ਕਿਸੇ ਨੂੰ, ਨਾ ਭਗਵੰਤ ਮਾਨ ਬਖਸ਼ੇ ਕਿਸੇ ਤੋਂ। ਮੁਕਾਬਲਾ ਕਿਹਦੇ ਨਾਲ ਮੰਨਦੇ ਹੋ? ਨਹੀਂ, ਪਾਰਟੀ ਸਾਡਾ ਮੁਕਾਬਲਾ ਮੇਰਾ ਖਿਆਲ ਦੋਨਾਂ ਨਾਲ ਨਹੀਂ ਹੈਗਾ। ਅਸੀਂ ਆਪਾਂ ਦੋਨਾਂ ਤੋਂ, ਇਹਨਾਂ ਦੋਨੇ ਪਾਰਟੀਆਂ ਦਾ ਹੈਗਾ ਆਪਸ ਦੇ ਵਿੱਚ ਵੀ ਦੂਜੇ ਨੰਬਰ 'ਤੇ ਕੌਣ ਆਊਗਾ। ਸਾਡੀ ਸੀਟ ਸਾਡੇ ਲੋਕ ਸਾਡੀ ਮਹੱਤਵ ਸਾਨੂੰ ਦੇਣਗੇ ਵਧੀਆ। ਦੋਨੇ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਦੇਖਣਗੇ ਵੀ ਦੂਜਾ ਤੀਜਾ ਕੌਣ ਲੈ ਰਿਹਾ। MLA ਸਾਹਿਬ, ਹਲਕਾ ਬੁਢਲਾਡਾ ਦੇ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂੰ ਸਾਡੇ ਚੈਨਲ ਜਰੀਏ? ਬਿਲਕੁਲ, ਅਸੀਂ ਹਲਕਾ ਤੁਹਾਡੇ ਚੈਨਲ ਰਹੀ ਦੇ ਜ਼ਰੀਏ ਹਲਕਾ ਬੁਢਲਾਡਾ ਦੇ ਵੋਟਰਾਂ ਨੂੰ, ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇੱਕ ਮੌਕਾ ਭਗਵੰਤ ਮਾਨ ਨੂੰ, ਇੱਕ ਮੌਕਾ ਕੇਜਰੀਵਾਲ ਨੂੰ ਦਿਓ, ਕਿਉਂਕਿ ਭਗਵੰਤ ਮਾਨ ਕੇਜਰੀਵਾਲ ਇੱਕ ਇਮਾਨਦਾਰ ਪੋਲੀਟਿਕਸ ਦਾ ਸਰੋਤ ਨੇ। ਔਰ ਜਿਨ੍ਹਾਂ ਚਿਰ ਤੁਹਾਡੇ ਇਮਾਨਦਾਰ ਬੰਦੇ ਤੁਹਾਡੀ ਪੋਲੀਟਿਕਸ ਨਹੀਂ ਆਉਣਗੇ, ਤੁਹਾਡਾ ਵਿਕਾਸ ਨਹੀਂ ਹੋਊਗਾ। ਇਹ ਸੋ ਲੁੱਟ ਕੇ ਖਾ ਗਏ ਲੋਕ, ਇਹ ਲੁੱਟਦੇ ਵੀ ਨੇ ਕੁੱਟਦੇ ਵੀ ਨੇ। ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਬਣੂਗੀ ਦਿੱਲੀ ਵਾਂਗੂ। ਦਿੱਲੀ ਮਾਡਲ ਅਸੀਂ ਪੰਜਾਬ 'ਚ ਲਾਗੂ ਕਰਾਂਗੇ ਔਰ ਲੋਕਾਂ ਦਾ, ਪੰਜਾਬ ਦਾ ਬਿਲਕੁਲ ਵਿਕਾਸ ਕਰਾਂਗੇ। ਅਗਲੀਆਂ ਚੋਣਾਂ ਜੋ ਇੰਡੀਆ 'ਚ ਹੋਣਗੀਆਂ, ਅਸੀਂ ਪੰਜਾਬ ਨੂੰ ਇਸ ਤਰ੍ਹਾਂ ਦਾ ਇੱਕ ਮਾਡਲ ਸਟੇਟ ਬਣਾਵਾਂਗੇ ਜਿੱਥੇ ਹਰੇਕ ਸਹੂਲਤ ਹੋਊਗੀ। ਅਗਲੀਆਂ ਚੋਣਾਂ ਵਿੱਚ ਅਸੀਂ ਦੱਸਾਂਗੇ ਪੰਜਾਬ ਵਿੱਚ ਆ ਬਦਲ ਲਿਆ ਤਾਂ ਲੈ ਵੀ ਲੋਕੋ ਪੰਜਾਬ ਦੇਖੋ, ਜਿਵੇਂ ਹੁਣ ਦਿੱਲੀ ਦਿਖਾਉਣੇ ਅਸੀਂ, ਤਾਂ ਸਾਨੂੰ ਵੋਟ ਪਾਓ। MLA ਸਾਹਿਬ, ਆਖਰੀ ਸਵਾਲ ਹੈ, ਕਿੰਨੀਆਂ ਕੁ ਸੀਟਾਂ ਦੀ ਉਮੀਦ ਆ ਪੰਜਾਬ 'ਚੋਂ? 80+। ਸਾਨੂੰ ਪੂਰੀ 80+ ਨਾਲ ਅਸੀਂ ਸਰਕਾਰ ਬਣਾਵਾਂਗੇ। ਇਹਨੇ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਜੀ, ਜਿਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਇੱਕ ਹਨੇਰੀ ਚੱਲੀ ਹੋਈ ਹੈ। ਕਿਸੇ ਵੀ ਪਾਰਟੀ ਨਾਲ ਦਾ ਮੁਕਾਬਲਾ ਨਹੀਂ ਹੈ। ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੇ ਲਈ ਕਾਹਲੇ ਪਏ ਹੋਏ ਨੇ। ਇੱਥੇ ਇਹ ਵੀ ਕਹਿਣਾ ਬਣਦਾ ਹੈਗਾ ਵੀ ਬੇਸ਼ੱਕ ਵਿਰੋਧੀ ਧਿਰ ਦੇ ਵਿੱਚ ਸੀ, ਕਾਂਗਰਸ ਪਾਰਟੀ ਦਾ ਰਾਜ ਸੀਗਾ, ਪਰ ਫਿਰ ਵੀ ਬੁਢਲਾਡੇ ਦੇ ਜਿਹੜੇ ਮੁੱਦੇ ਸੀਗੇ ਆਪਣੇ ਸਵਾਲਾਂ ਰਾਹੀਂ ਵਿਧਾਨ ਸਭਾ ਦੇ ਵਿੱਚ ਰੱਖ ਕੇ ਕਾਫੀ ਹੱਦ ਤੱਕ ਬੁਢਲਾਡੇ ਦਾ ਵਿਕਾਸ ਕਰਾਉਣ ਦੇ ਵਿੱਚ ਇਹ ਕਾਮਯਾਬ ਹੋਏ ਨੇ। ਜਲਦੀ ਹੀ ਇੱਕ ਹੋਰ ਨੇਤਾ ਜੀ ਨਾਲ ਤੁਹਾਡੀ ਕਰਾਵਾਂਗੇ ਮੁਲਾਕਾਤ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।